ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 5 ਅਕਤੂਬਰ ਹੈ, ਦਿਨ ਮੰਗਲਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਖਾਸ ਤੇ ਵੱਡੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਪਹਿਲੀ ਖਬਰ ਹੈ ਜਿਹੜੀ ਉਹ ਦੋ ਵੀਡੀਓਜ਼ ਦੇ ਨਾਲ ਜੁੜੀ ਹੋਈ ਹੈ ਲਖੀਮਪੁਰ ਖੀਰੀ ਦੀ ਕਤਲੇਆਮ ਵਾਲੀ ਘਟਨਾ ਦੇ ਨਾਲ। ਕਿਸਾਨਾਂ ਦਾ ਕਤਲੇਆਮ ਕੀਤਾ ਗਿਆ ਤੇ ਹੁਣ ਦੋ ਵੀਡੀਓਜ਼ ਐਸੀਆਂ ਬਾਹਰ ਆਈਆਂ ਨੇ ਜਿਹੜੀਆਂ ਦੱਸ ਰਹੀਆਂ ਨੇ, ਚੀਖ ਕੇ ਪੁਕਾਰ ਕੇ ਦੱਸ ਰਹੀਆਂ ਨੇ ਕਿ ਬੇਦੋਸ਼ੀ ਨਿਰਦੋਸ਼ ਕਿਸਾਨਾਂ ਨੂੰ ਦਰੜ ਕੇ ਰੌਂਦ ਕੇ ਮਾਰਿਆ ਗਿਆ ਹੈ। ਇੱਕ ਮਹਿੰਦਰਾ ਦੀ ਥਾਰ ਗੱਡੀ ਆਉਂਦੀ ਹੈ ਕਾਲੇ ਰੰਗ ਦੀ ਜਾਂ ਫਿਰ ਗ੍ਰੇ ਰੰਗ ਦੀ, ਉਹ ਆ ਕੇ ਬਿਲਕੁਲ ਸ਼ਾਂਤ ਖੜੇ ਕਿਸਾਨਾਂ ਨੂੰ ਇਸ ਤਰ੍ਹਾਂ ਰੌਂਦ ਕੇ ਚਲੀ ਜਾਂਦੀ ਹੈ ਕਿ ਤੁਸੀਂ ਵੀਡੀਓ ਦੇਖ ਕੇ ਸੁੰਨ ਹੋਣ ਨੂੰ ਮਜਬੂਰ ਹੋ ਜਾਓਗੇ, ਜਿਵੇਂ ਉੱਥੇ ਖੜੇ ਕਿਸਾਨ ਸੁੰਨ ਹੋ ਗਏ ਸੀ। ਵੀਡੀਓਜ਼ ਦੇ ਵਿੱਚ ਦੇਖਿਆ ਜਾ ਸਕਦਾ ਹੈ ਇੱਕ ਥਾਰ ਗੱਡੀ ਆਉਂਦੀ ਹੈ ਗ੍ਰੇ ਜਾਂ ਕਾਲੇ ਰੰਗ ਦੀ, ਇਹ ਥਾਰ ਮਹਿੰਦਰਾ ਦੀ ਥਾਰ ਗੱਡੀ। ਉਸ ਤੋਂ ਬਾਅਦ ਇੱਕ ਹੋਰ ਕਾਲੇ ਰੰਗ ਦੀ ਵੱਡੀ ਗੱਡੀ ਆਉਂਦੀ ਹੈ। ਦੋਵੇਂ ਗੱਡੀਆਂ ਰਾਹ ਦੇ ਵਿੱਚ ਖੜੇ ਕਿਸਾਨਾਂ ਨੂੰ ਇਸ ਤਰ੍ਹਾਂ ਕੁਚਲ ਕੇ ਰੌਂਦ ਕੇ ਜਾਂਦੀਆਂ ਨੇ। ਸ਼ੱਕ ਹੋਣ ਲੱਗ ਪਿਆ ਕਿ ਇਹਨਾਂ ਗੱਡੀਆਂ ਦੇ ਵਿੱਚ ਕੀ ਕੋਈ ਇਨਸਾਨ ਹੀ ਬੈਠਾ ਸੀ, ਕੀ ਕੋਈ ਬੰਦਾ ਹੀ ਬੈਠਾ ਸੀ ਜਾਂ ਫਿਰ ਕੋਈ ਰਾਖਸ਼ਸ ਬੈਠਾ ਸੀ ਜਿਹਨੇ ਕਿਸਾਨਾਂ ਨੂੰ ਇਸ ਤਰੀਕੇ ਦੇ ਨਾਲ ਰੌਂਦ ਦਿੱਤਾ। ਦੋ ਵੀਡੀਓਜ਼ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ, ਜਿਹੜੀਆਂ ਲਖੀਮਪੁਰ ਖੀਰੀ ਦੇ ਵਿੱਚ ਨਿਰਦੋਸ਼ ਕਿਸਾਨਾਂ ਨੂੰ ਮਾਰੇ ਜਾਣ ਦੀਆਂ ਸਭ ਤੋਂ ਵੱਡੀਆਂ ਗਵਾਹ ਨੇ। ਮੰਤਰੀ ਅਜੇ ਮਿਸ਼ਰਾ ਜੋ ਕੱਲ੍ਹ ਦੇ ਮਗਰਮੱਛ ਦੇ ਹੰਝੂ ਵਹਾ ਰਹੇ ਨੇ, ਉਹਨਾਂ ਦੇ ਮੂੰਹ ਤੇ ਚਪੇੜਾ ਮਾਰਦੀਆਂ ਇਹ ਤਸਵੀਰਾਂ ਨੇ, ਜਿਹੜੇ ਕਹਿ ਰਹੇ ਨੇ ਕਿ ਮੈਂ ਤੇ ਮੇਰਾ ਪੁੱਤਰ ਤਾਂ ਉਸ ਵਕਤ ਮੌਜੂਦ ਹੀ ਨਹੀਂ ਸੀ। ਅੱਜ ਅਸੀਂ ਤੁਹਾਨੂੰ ਇੱਕ ਖਾਸ ਰਿਪੋਰਟ ਵੀ ਦਿਖਾਵਾਂਗੇ ਜਿਹਦੇ ਵਿੱਚ ਅਸੀਂ ਅਜੇ ਮਿਸ਼ਰਾ ਦੀ ਗੱਡੀ ਹੈ, ਜਿਹੜੀ ਅਜੇ ਮਿਸ਼ਰਾ ਦੀ ਮਹਿੰਦਰਾ ਥਾਰ ਹੈ, ਉਸ ਦੇ ਨਾਮ ਤੇ ਲਈ ਗਈ ਹੈ, ਉਹੀ ਥਾਰ ਹੈ ਜਿਹੜੀ ਕਿਸਾਨਾਂ ਨੂੰ ਰੌਂਦ ਕੇ ਗਈ ਹੈ। ਐਕਸਕਲੂਸਿਵ ਜਿਹੜੀ ਰਿਪੋਰਟ ਹੈ ਉਹ ਅਸੀਂ ਤੁਹਾਨੂੰ ਦਿਖਾਵਾਂਗੇ। ਟਰੈਕਟਰ ਟੂ ਟਵਿੱਟਰ ਨੇ ਇਹ ਦੋਨੇ ਵੀਡੀਓਜ਼ ਨੇ ਜਿਹੜੀਆਂ ਉਹ ਪੋਸਟ ਕੀਤੀਆਂ ਨੇ। ਇਸ ਦੇ ਨਾਲ ਹੀ ਜਿਹੜੇ ਆਜ਼ਾਦ ਪੱਤਰਕਾਰ ਰਮਨ ਕਸ਼ਯਪ ਦੀ ਮੌਤ ਹੋਈ ਹੈ, ਉਸ ਦੇ ਪਿਤਾ ਨੇ ਵੀ ਕੈਮਰੇ ਦੇ ਮੂਹਰੇ ਆ ਕੇ ਕਹਿ ਦਿੱਤਾ ਹੈ ਕਿ ਮੇਰੇ ਪੁੱਤਰ ਦੇ ਮੋਢੇ ਦੇ ਵਿੱਚ ਗੋਲੀ ਲੱਗੀ ਹੋਈ ਹੈ। ਮੇਰਾ ਪੁੱਤਰ ਉੱਥੇ ਜਿਹੜਾ ਦਰੜ ਕੇ ਕਿਸਾਨਾਂ ਨੂੰ ਮਾਰਿਆ ਗਿਆ, ਉਸ ਘਟਨਾ ਦੇ ਵਿੱਚ ਮਾਰਿਆ ਗਿਆ ਹੈ ਤੇ ਉਸਦੇ ਮੋਢੇ ਵਿੱਚ ਗੋਲੀ ਵੀ ਲੱਗੀ ਹੈ। ਯੂਪੀ ਸਰਕਾਰ ਲਖੀਮਪੁਰ ਖੀਰੀ ਦੇ ਵਿੱਚ ਜਾਣ ਤੋਂ ਖਾਸ ਕਰਕੇ ਸਿੱਖਾਂ ਨੂੰ ਰੋਕ ਰਹੀ ਹੈ, ਪੰਜਾਬੀਆਂ ਨੂੰ ਰੋਕ ਰਹੀ ਹੈ। ਪੰਜਾਬੀਆਂ ਦੇ ਦਾਖਲੇ ਤੇ ਯੂਪੀ ਦੇ ਵਿੱਚ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਸਰਕਾਰ ਦਾ ਵਫਦ ਜਿਹੜਾ ਰੰਧਾਵਾ ਦੀ ਅਗਵਾਈ ਦੇ ਵਿੱਚ ਗਿਆ ਸੀ, ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੂੰ ਵੀ ਮੇਰਠ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਗੁਰਨਾਮ ਸਿੰਘ ਚੜੂਨੀ ਦੇ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਕਿਸਾਨਾਂ ਦੇ ਵਿੱਚ ਰੋਹ ਭਖ ਗਿਆ ਹੈ। ਗੁਰਨਾਮ ਸਿੰਘ ਚੜੂਨੀ ਦੇ ਪੁੱਤਰ ਨੇ ਵੀ ਇਸ ਦੀ ਜਾਣਕਾਰੀ ਦਿੱਤੀ ਕਿ ਪੁਲਿਸ ਨੂੰ ਸ਼ਾਮ 7 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਗੁਰਨਾਮ ਸਿੰਘ ਚੜੂਨੀ ਨੂੰ ਰਿਹਾ ਕਰਨ ਦਾ, ਪਰ ਪੁਲਿਸ ਨੇ ਗੱਲ ਨਹੀਂ ਮੰਨੀ। ਤਾਂ ਹੁਣ ਜਿਹੜਾ ਚੜੂਨੀ ਦੇ ਹਿਰਾਸਤ ਵਿੱਚ ਲਏ ਜਾਣ ਦਾ ਰੋਹ ਵੀ ਕਾਫੀ ਵੱਡੇ ਤਰੀਕੇ ਦੇ ਨਾਲ ਫੈਲਦਾ ਜਾ ਰਿਹਾ ਹੈ ਤੇ ਚੜੂਨੀ ਦੇ ਹਿਰਾਸਤ ਵਿੱਚ ਲਏ ਜਾਣ ਤੋਂ ਗੁੱਸੇ ਵਿੱਚ ਆਏ ਹਰਿਆਣਾ ਦੇ ਕਿਸਾਨਾਂ ਨੇ ਹਿਸਾਰ ਵਿੱਚ ਬੀਜੇਪੀ ਵਿਧਾਇਕ ਕਮਲ ਗੁਪਤਾ ਨੂੰ ਘੇਰ ਲਿਆ ਤੇ ਇਸ ਦੌਰਾਨ ਪੁਲਿਸ ਨਾਲ ਹੋਈ ਖਿੱਚ ਧੂ ਦੇ ਵਿੱਚ ਵਿਧਾਇਕ ਦਾ ਕੁੜਤਾ ਵੀ ਪਾਟ ਗਿਆ। ਪ੍ਰਿਯੰਕਾ ਗਾਂਧੀ ਯੂਪੀ ਦੇ ਸੀਤਾਪੁਰ ਦੇ ਵਿੱਚ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਭੁੱਖ ਹੜਤਾਲ ਤੇ ਬੈਠ ਗਈ। ਨਵਜੋਤ ਸਿੰਘ ਸਿੱਧੂ ਨੂੰ ਚੰਡੀਗੜ੍ਹ ਦੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਤਾਂ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਕਾਂਗਰਸ ਦੇ ਹੋਰ ਲੀਡਰਾਂ ਨੂੰ ਯੂਪੀ ਦੇ ਸਹਾਰਨਪੁਰ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ। ਕਤਲੇਆਮ ਦੀ ਇਸ ਵੱਡੀ ਘਟਨਾ ਨੂੰ ਵਾਪਰਨ ਤੋਂ ਬਾਅਦ ਕਿਸਾਨ ਲੀਡਰ ਰਾਕੇਸ਼ ਟਿਕੈਤ ਅਤੇ ਹੋਰਾਂ ਦੇ ਨਾਲ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਦੀ ਮੁਲਾਕਾਤ ਹੋਈ, ਜਿਸ ਤੋਂ ਬਾਅਦ ਕਈ ਮੰਗਾਂ ਦੇ ਉੱਤੇ ਸਹਿਮਤੀ ਬਣੀ। ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ 45 ਲੱਖ ਰੁਪਏ ਦਾ ਮੁਆਵਜ਼ਾ, ਘਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ 10-10 ਲੱਖ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ। 2 FIRs ਦਰਜ ਕੀਤੀਆਂ ਗਈਆਂ ਨੇ, ਜਿਸ ਵਿੱਚ 15 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਹਾਈ ਕੋਰਟ ਦਾ ਸੇਵਾ ਮੁਕਤ ਜੱਜ ਮਾਮਲੇ ਦੀ ਜਾਂਚ ਕਰੇਗਾ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਿਹੜੀ FIR ਦਰਜ ਕੀਤੀ ਹੈ ਉਸ ਦੇ ਵਿੱਚ ਮੰਤਰੀ ਅਜੇ ਮਿਸ਼ਰਾ ਤੇ ਉਸ ਦੇ ਪੁੱਤਰ ਦਾ ਨਾਮ ਸ਼ਾਮਿਲ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਤਲ ਦੀਆਂ ਧਾਰਾਵਾਂ ਲੱਗੀਆਂ ਨੇ। ਕਿਸਾਨ ਮੋਰਚੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ, ਪਰ ਹਾਲੇ ਤੱਕ ਪੀੜਤ ਪਰਿਵਾਰਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਫੜਾਇਆ ਗਿਆ। ਇਸ ਮੌਕੇ ਤਕਰੀਬਨ ਸਾਰੇ ਲੋਕ ਇਹ ਦੇਖ ਕੇ ਜ਼ਰੂਰ ਹੈਰਾਨ ਨੇ ਕਿ ਪੰਜਾਬ ਦੀਆਂ ਜਿਹੜੀਆਂ 32 ਕਿਸਾਨ ਜਥੇਬੰਦੀਆਂ ਦੇ ਵੱਡੇ ਲੀਡਰ ਨੇ ਬਲਵੀਰ ਸਿੰਘ ਰਾਜੇਵਾਲ ਸਮੇਤ ਬਾਕੀ ਸਾਰੇ ਲੀਡਰ ਕਿੱਥੇ ਨੇ? ਉਹ ਕਿਉਂ ਇਸ ਸਾਰੀ ਘਟਨਾ ਦੀ ਤਸਵੀਰ ਦੇ ਵਿੱਚ ਦਿਖਾਈ ਨਹੀਂ ਦੇ ਰਹੇ? ਸੁਪਰੀਮ ਕੋਰਟ ਨੇ ਕਿਸਾਨ ਜਥੇਬੰਦੀਆਂ ਦੇ ਰੋਸ ਪ੍ਰਦਰਸ਼ਨਾਂ ਤੇ ਮੁੜ ਇਤਰਾਜ਼ ਜਤਾਇਆ ਹੈ। ਬੰਦ ਹਾਈਵੇਜ਼ ਨੂੰ ਲੈ ਕੇ ਵੀ ਸੁਪਰੀਮ ਕੋਰਟ ਨੇ 43 ਕਿਸਾਨ ਜਥੇਬੰਦੀਆਂ ਦੇ ਲੀਡਰਾਂ ਤੋਂ ਜਵਾਬ ਮੰਗੇ ਨੇ। ਪੰਜਾਬ ਦੀ ਕਾਂਗਰਸ ਸਰਕਾਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਵਫਦ ਵੀ ਲਖੀਮਪੁਰ ਖੀਰੀ ਨੂੰ ਰਵਾਨਾ ਹੋਇਆ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਵੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਦੇ ਵਿੱਚ ਲਖੀਮਪੁਰ ਖੀਰੀ ਲਈ ਰਵਾਨਾ
ਰਵਾਨਾ ਹੋ ਗਿਆ। ਅਕਾਲੀ ਦਲ ਦੇ ਪ੍ਰਧਾਨ ਨੇ ਕਿਸਾਨਾਂ ਦੀਆਂ ਮੌਤਾਂ ਦੇ ਲਈ ਮੋਦੀ ਨੂੰ ਜ਼ਿੰਮੇਦਾਰ ਦੱਸਿਆ ਹੈ, ਯਾਨੀ ਕਿ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੇ ਲਈ 5 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਮੌਕੇ ਆਮ ਲੋਕਾਂ, ਕਿਸਾਨਾਂ ਅਤੇ ਕਿਸਾਨਾਂ ਦੇ ਸਹਿਯੋਗੀਆਂ ਦਾ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਤੇ ਗੁੱਸਾ ਵੀ ਫੁੱਟ ਰਿਹਾ ਹੈ। ਇੱਕ ਤਾਂ ਜਿਹੜੇ ਕੱਲ੍ਹ ਵਾਲੇ ਸਮਝੌਤੇ ਹੋਏ ਨੇ ਉਸ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ, ਦੂਸਰੇ ਪਾਸੇ ਜੋ ਐਕਸ਼ਨ ਪਲਾਨ ਐਲਾਨਿਆ ਗਿਆ ਹੈ, ਜੋ ਵਿਰੋਧ ਕੀਤਾ ਜਾ ਰਿਹਾ ਹੈ, ਉਸ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ। ਫੇਸਬੁੱਕ ਦੇ ਉੱਤੇ ਲਗਾਤਾਰ ਲੋਕਾਂ ਨੇ ਇਹ ਸਵਾਲ ਪੁੱਛੇ ਕਿ ਸੰਯੁਕਤ ਕਿਸਾਨ ਮੋਰਚੇ ਨੇ ਇੰਨਾ ਢਿੱਲਾ ਪ੍ਰੋਗਰਾਮ ਕਿਉਂ ਦਿੱਤਾ ਹੈ। DC ਦਫ਼ਤਰਾਂ ਦੇ ਬਾਹਰ ਪੂਰੇ ਦੇਸ਼ ਵਿੱਚ ਧਰਨੇ ਦੇਣ ਦਾ ਕੀ ਫਾਇਦਾ ਹੈ। ਡਾਕਟਰ ਸਵਾਈਮਾਨ ਨੇ ਵੀ ਸਵਾਲ ਪੁੱਛੇ ਨੇ ਕਿ ਸੰਯੁਕਤ ਕਿਸਾਨ ਮੋਰਚੇ ਨੇ ਅੱਗੇ ਕੋਈ ਵੀ ਐਕਸ਼ਨ ਪਲਾਨ ਨਹੀਂ ਐਲਾਨਿਆ ਹੈ। 600 ਕਿਸਾਨਾਂ ਦੀਆਂ ਮੌਤਾਂ ਹੋ ਗਈਆਂ ਨੇ ਇਸ ਪ੍ਰੋਟੈਸਟ ਦੇ ਵਿੱਚ ਅਤੇ ਲਖੀਮਪੁਰ ਖੀਰੀ ਦੀ ਵੱਡੀ ਘਟਨਾ ਤੋਂ ਬਾਅਦ, ਵੱਡੇ ਇਨਸੀਡੈਂਟ ਤੋਂ ਬਾਅਦ ਵੀ ਉਹ ਕਹਿ ਰਹੇ ਨੇ ਕਿ ਸ਼ਾਂਤ ਰਹੋ ਜਦਕਿ ਸਰਕਾਰ ਸ਼ਾਂਤ ਨਹੀਂ ਹੈ। ਲੰਘੀ ਰਾਤ ਦੁਨੀਆ ਭਰ ਦੇ ਵਿੱਚ ਫੇਸਬੁੱਕ, WhatsApp ਤੇ ਇੰਸਟਾਗ੍ਰਾਮ ਠੱਪ ਹੋ ਗਏ। ਰਾਤ 12 ਵਜੇ ਤੱਕ ਵੀ ਇਹ ਤਿੰਨੇ ਪਲੇਟਫਾਰਮ ਠੱਪ ਰਹੇ ਜਦਕਿ ਟਵਿੱਟਰ ਚੱਲਦਾ ਰਿਹਾ। ਫੇਸਬੁੱਕ ਦੇ ਬੁਲਾਰੇ ਨੇ ਕਿਹਾ ਕਿ ਕਿਸੇ ਵੀ ਔਖਿਆਈ ਦੇ ਲਈ ਅਸੀਂ ਮਾਫੀ ਮੰਗਦੇ ਹਾਂ, ਜਲਦੀ ਹੀ ਤੁਹਾਡੇ ਲਈ ਜਿਹੜੀ ਮੁੜ ਤੋਂ ਇਹ ਸਹੂਲਤ ਹੈ ਜਿਹੜੀ ਦਿੱਤੀ ਜਾਏਗੀ। ਪੰਜਾਬ ਸਮੇਤ ਜਿਵੇਂ ਹੀ ਪੂਰੇ ਭਾਰਤ ਦੇ ਲੋਕਾਂ ਨੇ ਨੋਟਿਸ ਕੀਤਾ ਕਿ ਇਹ ਤਿੰਨੇ ਪਲੇਟਫਾਰਮ ਜਾਮ ਕਰ ਦਿੱਤੇ ਗਏ ਨੇ ਤਾਂ ਸਭ ਤੋਂ ਪਹਿਲਾਂ ਜਿਹੜੀ ਸ਼ੱਕ ਦੀ ਸੂਈ ਹੈ ਉਹ ਸਰਕਾਰ ਤੇ ਗਈ ਭਾਰਤ ਦੀ ਸਰਕਾਰ ਤੇ ਕਿ ਤੇ ਯੂਪੀ ਦੇ ਜਿਹੜੀ ਲਖੀਮਪੁਰ ਦੇ ਵਿੱਚ ਘਟਨਾ ਵਾਪਰੀ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਇੰਟਰਨੈਟ ਜਾਮ ਕੀਤਾ ਗਿਆ ਹੈ। ਪਰ ਫਿਰ ਪਤਾ ਲੱਗਿਆ ਕਿ ਦੁਨੀਆ ਭਰ ਦੇ ਵਿੱਚ ਹੀ ਇਹ ਤਿੰਨੇ ਪਲੇਟਫਾਰਮ ਜਾਮ ਹੋਏ ਨੇ। ਕੱਲ੍ਹ ਸੋਮਵਾਰ ਨੂੰ ਪੰਜਾਬ ਮੰਤਰੀ ਮੰਡਲ ਦੀ ਬੈਠਕ ਹੋਈ। ਬਿਨਾਂ ਕੰਮਕਾਜ ਤੋਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਘਟਨਾ ਵਿੱਚ ਜਾਨ ਗਵਾ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੇ ਜਾਣ ਨਾਲ ਹੀ ਸਮਾਪਤ ਹੋ ਗਈ। ਯਾਨੀ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਕੈਬਨਿਟ ਦੇ ਵਿੱਚ ਹੋਰ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ, ਸਿਰਫ ਕਿਸਾਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਬਰਗਾੜੀ ਕਾਂਡ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ 10 ਨਵੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੁੜ ਤਲਬ ਕੀਤਾ ਗਿਆ ਹੈ। ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਹੁਕਮ ਸੁਣਾਇਆ ਹੈ। ਮੁਤਵਾਜ਼ੀ ਜਥੇਦਾਰ ਨੇ ਸਪਸ਼ਟੀਕਰਨ ਦੇਣ ਲਈ ਇੱਕ ਹੋਰ ਮੌਕਾ ਦਿੱਤੇ ਜਾਣ ਦੀ ਗੱਲ ਕਹੀ। ਸੁਖਜਿੰਦਰ ਸਿੰਘ ਰੰਧਾਵਾ ਸਣੇ 5 ਏਲਚੀਆਂ ਨੂੰ ਵੀ ਸੱਦਿਆ ਹੈ। ਮੰਡ ਨੇ ਕਿਹਾ ਕਿ ਕੈਪਟਨ ਭਾਵੇਂ ਹੁਣ ਮੁੱਖ ਮੰਤਰੀ ਨਹੀਂ ਹਨ, ਪਰ ਉਹਨਾਂ ਦੀ ਇਸ ਮਾਮਲੇ ਦੇ ਵਿੱਚ ਸਫਾਈ ਬੜੀ ਜ਼ਰੂਰੀ ਹੈ, ਸਪਸ਼ਟੀਕਰਨ ਜ਼ਰੂਰੀ ਹੈ, ਕਿਉਂਕਿ ਵਾਅਦਾ ਖਿਲਾਫੀ ਸੰਬੰਧੀ ਮਾਮਲਾ ਕੈਪਟਨ ਨਾਲ ਹੀ ਜੁੜਿਆ ਹੋਇਆ। ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਅਫਸਰਾਂ ਦੇ ਤਬਾਦਲੇ ਕੱਲ੍ਹ ਕਰ ਦਿੱਤੇ ਗਏ ਨੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ੍ਹ ਯੂਪੀ ਜਾਣਾ ਚਾਹੁੰਦੇ ਸੀ, ਪਰ ਯੂਪੀ ਜਾਂਦੇ ਡੇਰਾ ਬਿਆਸ ਪਹੁੰਚ ਗਏ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਣ ਦੇ ਲਈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਲ੍ਹ ਪੰਜਾਬ ਦੇ ਰਾਜਪਾਲ ਦੇ ਨਾਲ ਵੀ ਮੁਲਾਕਾਤ ਕੀਤੀ। ਹਿੰਸਾ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੀ ਅਪੀਲ ਕੀਤੀ ਜਿਹੜੀ ਲਖੀਮਪੁਰ ਖੀਰੀ ਦੇ ਵਿੱਚ ਵਾਪਰੀ ਹੈ। ਉਹਨਾਂ ਨੇ ਠੋਸ ਕਦਮ ਚੁੱਕਣ ਲਈ ਯੂਪੀ ਸਰਕਾਰ ਤੇ ਜ਼ੋਰ ਪਾਉਣ ਦੀ ਰਾਜਪਾਲ ਨੂੰ ਅਪੀਲ ਕੀਤੀ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਲਖੀਮਪੁਰ ਖੀਰੀ ਕਤਲੇਆਮ ਤੋਂ ਬਾਅਦ ਕਿਸਾਨਾਂ ਨੇ ਪੂਰੇ ਦੇਸ਼ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ। ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੇ ਵੀ ਤਿੱਖੇ ਮੁਜ਼ਾਹਰੇ ਕੀਤੇ। DC ਦਫ਼ਤਰ ਘੇਰੇ ਗਏ, ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪੇ ਗਏ। ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਲੀਡਰਾਂ ਦੇ ਨਾਲ ਪ੍ਰਸ਼ਾਸਨ ਦੀ ਬੈਠਕ ਹੋਈ। ਪੁਲਿਸ ਪ੍ਰਸ਼ਾਸਨ ਦੇ ਨਾਲ ਹੋਈ ਬੈਠਕ ਦੇ ਵਿੱਚ ਦੋਵਾਂ ਧਿਰਾਂ ਦੇ ਵਿੱਚ ਸਮਝੌਤਾ ਹੋਇਆ। ਕਿਸਾਨਾਂ ਨੇ ਜਿਹੜੀਆਂ ਮੰਗਾਂ ਰੱਖੀਆਂ ਸੀ ਉਹਨਾਂ ਦੇ ਵਿੱਚੋਂ ਪਹਿਲੀ ਮੰਗ ਤਾਂ ਨਹੀਂ ਮੰਨੀ ਗਈ, ਜਿਹੜੀ ਉਹਨਾਂ ਨੇ ਕਿਹਾ ਸੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਬਰਖਾਸਤ ਕੀਤਾ ਜਾਵੇ। ਬਰਖਾਸਤ ਕੀਤੇ ਜਾਣ ਦਾ ਫੈਸਲਾ ਨਹੀਂ ਹੋਇਆ ਕਿਉਂਕਿ ਪੁਲਿਸ ਪ੍ਰਸ਼ਾਸਨ ਲੈ ਵੀ ਨਹੀਂ ਸਕਦਾ, ਉਹ ਸਰਕਾਰ ਹੀ ਕਰ ਸਕਦੀ ਹੈ ਜਾਂ ਫਿਰ ਟੇਨੀ ਆਪ ਅਸਤੀਫਾ ਦੇ ਸਕਦੇ ਨੇ। ਦੂਸਰੇ ਨੰਬਰ ਤੇ ਜਿਹੜੀ ਮੰਗ ਸੀ ਕਿ ਜਿਹੜਾ ਉਸ ਦਾ ਪੁੱਤਰ ਹੈ ਉਸ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ। ਤਾਂ ਕਿਸਾਨ ਮੋਰਚੇ ਨੇ ਜਾਣਕਾਰੀ ਦਿੱਤੀ ਹੈ ਕਿ ਆਸ਼ੀਸ਼ ਮਿਸ਼ਰਾ ਜਿਹੜਾ ਉਹਦਾ ਪੁੱਤਰ ਹੈ, ਆਸ਼ੀਸ਼ ਮਿਸ਼ਰਾ ਟੇਨੀ ਅਤੇ 15 ਹੋਰ ਜਣਿਆਂ ਦੇ ਖਿਲਾਫ ਧਾਰਾ 302, 120B ਤੇ ਹੋਰ ਧਾਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਸੇ ਦੇ ਨਾਲ ਹੀ ਜਿਹੜਾ ਮੰਤਰੀ ਹੈ ਅਜੇ ਮਿਸ਼ਰਾ, ਉਸ ਦੇ ਖਿਲਾਫ ਵੀ ਪਰਚਾ ਦਰਜ ਕੀਤੇ ਜਾਣ ਦੀ ਜਾਣਕਾਰੀ ਹੈ ਜਿਹੜੀ ਉਹ ਸੰਯੁਕਤ ਕਿਸਾਨ ਮੋਰਚੇ ਨੇ ਦਿੱਤੀ ਹੈ ਕਿ ਉਸ ਦੇ ਖਿਲਾਫ ਧਾਰਾ 120B ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਤੇ ਨਾਲ ਹੀ ਇਸ ਗੱਲ ਤੇ ਵੀ ਸਹਿਮਤੀ ਬਣੀ ਹੈ ਕਿ ਇਸ ਘਟਨਾ ਦੀ ਜਾਂਚ ਹੈ ਜਿਹੜੀ ਉਹ ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਅਗਵਾਈ ਦੇ ਵਿੱਚ ਕਰਵਾਈ ਜਾਏਗੀ। ਨਿਆਂਇਕ ਜਾਂਚ ਹੈ ਜਿਹੜੀ ਉਹ ਹੋਏਗੀ। ਤੇ ਇੱਕ ਜਿਹੜੀ ਵੱਡੀ ਮੰਗ ਸੀ ਪੀੜਤ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਾ ਮੁਆਵਜ਼ਾ। ਜਿਹੜੇ ਮ੍ਰਿਤਕ ਕਿਸਾਨ, ਜਿਹੜੇ ਸ਼ਹੀਦ ਹੋਏ ਕਿਸਾਨ ਨੇ, ਉਹਨਾਂ ਦੇ ਪਰਿਵਾਰਾਂ ਦੇ ਲਈ 1-1 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਰੱਖੀ ਗਈ ਸੀ। ਉਹ ਪ੍ਰਸ਼ਾਸਨ ਨੇ 45 ਲੱਖ ਤੇ ਸਮਝੌਤਾ ਕਰਵਾ ਲਿਆ ਹੈ। 45 ਲੱਖ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਤੇ ਜ਼ਖਮੀ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ
गिरफ्तारी की मंग की गई सी कि मंत्री दे पुत्र अते होरनां नूं जिन्हां ने दरड़िया किसानां नूं जिन्हां ने हमला किया पिछों आके गड्डियां चढ़ाईयां उन्हां नूं तुरंत गिरफ्तार किया जाए। तां पुलिस प्रशासन ने कहा कि असीं 1 हफ्ते के अंदर अंदर उन्हां नूं गिरफ्तार कर लवांगे। सहमति बन गई है। उस तो बाद राकेश टिकैत ने पुलिस प्रशासन के नाल मिल के प्रैस कॉन्फ्रेंस की, इन्हां गल्लां दी जानकारी दी अते संघर्ष जिहड़ा इस मसले नूं लैके कीता गया सी उस नूं खत्म करन दा ऐलान भी किया। हालांकि टिकैत दे इस बयान का कोई बहुता असर नहीं दिखिया। संघर्ष खत्म करन दे वल किसी ने भी कोई दिलचस्पी है जिहड़ी ओह नहीं दिखाई, क्योंकि जाहिर तौर ते किसान ने जिहड़े जां फिर शहीद होए किसानां दे परिवार ने ओह शायद ये अंदरे अंदर चाह रहे ने, ये मंग कर रहे ने कि जदों तक सिर्फ परचे दर्ज किए गए ने, जदों तक हत्थ दे विच कुछ आ नहीं जाता, प्रैक्टिकल तौर ते तुहानूं कुछ दे नहीं दिता जाता, गिरफ्तारी नहीं हुंदी जां फिर जिहड़ा मुआवजा वो नहीं दिता जाता, उदों तक उत्थे बैठे रहणगे। ते उस तो बाद जिहड़ी 5 बजे के हालात ये बने हुए सी, उस तो बाद की घटनाक्रम बनता तुहानूं जानकारी दे देंगे। प्रशासन दे नाल गलबात तो पहला यूपी के लखीमपुर खीरी दे विच पहुंचे किसान लीडरां ने प्रैस कॉन्फ्रेंस करके दावा किया सी कि केंद्रीय राज मंत्री अजय कुमार मिश्रा टेनी दे पुत्र ने ही किसानां नूं गोली मारी है अते अपनी गड्डी दे नाल दरड़ दिता है। ते फिर उन्हां ने ये जिहड़ियां 4 मंगां जिहड़ियां तुहानूं दस्सियां ने वो रखियां सी कि अजय मिश्रा नूं मंत्री पद तो बर्खास्त किया जाए, केंद्रीय मंत्री दे पुत्र नूं गिरफ्तार किया जाए, कतल दा परचा दर्ज किया जाए, मारे गए किसानां दे परिवार वालियां नूं 1-1 करोड़ रुपए का मुआवजा अते मारे गए परिवार वालियां दे मारे गए किसानां दे परिवार वालियां नूं सरकारी नौकरी जिहड़ी ओह दित्ती जावे। हालांकि सरकारी नौकरी का ऐलान जिहड़ा ओह नहीं किया गया, पर किसानां ने इस जिहड़ा इस इन्हां मंगां दे उत्ते जो सहमति हुई है उन्हां नूं मान लिया है। न्यायिक जांच इस पूरे प्रकरण की हाई कोर्ट के वरिष्ठ रिटायर्ड जज के द्वारा कराई जाएगी और जो भी मृतक हैं उनको 45 लाख रुपए का प्रति व्यक्ति मुआवजा सरकार के द्वारा दिया जाएगा और घायलों को 10 लाख रुपए का अनुदान शासन के द्वारा दिया जाएगा। इसके अतिरिक्त जो भी आदमी मृतक हैं उनके घर के एक व्यक्ति को उसके योग्यता के अनुसार नौकरी दी जाएगी। हालांकि पहला राकेश टिकैत ने यह ऐलान किया सी कि जदों तक सारियां मंगां नहीं मन्नियां जांदियां उदों तक मृतक किसानां दे जिहड़ियां मृतक देहां ने उन्हां दा अंतिम संस्कार नहीं किया जाएगा। तस्वीरां तुसीं सब ने देखियां होणीआं जदों सोमवार तड़के ही जिहड़े मृतक किसानां दे परिवार सी उत्थे पहुंचदे ने लखीमपुर खीरी अते अपने विछड़ चुके जिहड़े परिवारिक मैंबर ने उन्हां दीयां मृतक देहां दे सराणे धरना ला के बह जांदे ने। इस दरमियान यूपी सरकार ने एक तानाशाही ऐलान ਇਹ ਕੀਤਾ कि लखीमपुर खीरी सारे इलाके दे विच इंटरनेट सेवा बंद कर दी गई, दफा 144 ला दी गई ते खास तौर ते पंजाब तो आने वाले लोगों के लिए एक जिहड़ा बयान है वो जारी किया गया कि पंजाब तो किसी नूं भी यूपी के लखीमपुर खीरी दे विच दाखिल ना होण दिता जावे। लखीमपुर खीरी तां वखरी गल, सारियां जिहड़ियां पंजाब ते यूपी दे नाल लगदियां सरहदां उन्हां नूं सील कर दिता गया। यूपी दे विच भी किसी पंजाबी नूं दाखिल होण दी इजाजत यूपी सरकार ने नहीं दित्ती, सख्ती दे नाल रोक लाई ते यूपी सरकार दे योगी आदित्यनाथ दी सरकार दे इस फैसले ते भी काफी सवाल उठे। ते लखीमपुर खीरी दे विच ऐतवार नूं जिहड़ी घटना वापरी सी उस दे विरोध दे विच संयुक्त किसान मोर्चे दे सद्दे ते पूरे देश दे विच किसानां ने डीसी दफ्तरां दे बाहर घेरे पाए अते डीसी नूं राष्ट्रपति दे नाम मंग पत्र सौंपे गए। पंजाब दी गल कर लईए तां पंजाब दीयां 32 किसान जथेबंदियां ने सूबे दे सारे 23 ਜ਼ਿਲ੍ਹਿਆਂ ਦੇ डीसी दफ्तरां दे मूहरे केंद्र ते यूपी दी बीजेपी सरकार दे खिलाफ रोस मुजाहरे कीते, तिखी नारेबाजी की। कई थावां ते पुलिस ने जिहड़ा धरने प्रदर्शन करन तो रोकिया भी, पर चंडीगढ़ दे विच जिहियां तस्वीरां ज़्यादा वेखण नूं मिलियां जदों पुलिस ने धरनाकारियां नूं रोकण दी कोशिश कीती जिहड़े चंडीगढ़ दे डीसी दफ्तर दे बाहर इकट्ठे होए सी, पर आखिरकार धरना लाउण दे विच इत्थे लोक कामयाब हो गए। इस मौके पिंडां दे विच प्रधानमंत्री नरेंद्र मोदी, यूपी दे मुख मंत्री योगी आदित्यनाथ ते हरियाणा दे मुख मंत्री मनोहर लाल खट्टर दे पुतले भी फूके गए। इस घटना तो बाद पूरे देश के किसानां ही नहीं बल्कि सारे लोगों के विच भी रोह पाया जा रहा है, क्योंकि जिस दरिंदगी दे नाल किसानां नूं कतल किया गया है, जिस बेरहमी दे नाल उन्हां नूं मरण दे लई मजबूर किया गया है, उस नूं देख के हर किसी दा दिल दुखी है। पर साडे देश के प्रधानमंत्री नरेंद्र मोदी नूं शायद एक खबर मिली नहीं जां फिर उन्हां दा दिल नहीं दुखिया कि उन्होंने एक भी शब्द
ਇਸ ਘਟਨਾ ਦੇ ਲਈ ਨਹੀਂ ਬੋਲਿਆ। ਉਹਨਾਂ ਨੇ ਇੱਕ ਵੀ ਸ਼ਬਦ ਮਾਰੇ ਗਏ ਕਿਸਾਨਾਂ ਤੇ ਹੋਰ 4 ਲੋਕਾਂ ਦੇ ਲਈ ਨਹੀਂ ਬੋਲਿਆ। ਕੋਈ ਹਮਦਰਦੀ ਭਰੀ ਗੱਲ ਉਹਨਾਂ ਨੇ ਨਹੀਂ ਲਿਖੀ, ਬਲਕਿ ਉਹ ਜਾਪਾਨ ਦੇ ਨਵੇਂ ਬਣੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਵਧਾਈ ਦਿੰਦੇ ਦੇਖੇ ਗਏ। ਕਤਲੇਆਮ ਦੇ ਖਿਲਾਫ ਜਿਹੜੇ ਰੋਸ ਮੁਜ਼ਾਹਰੇ ਕੀਤੇ ਗਏ ਉਹ ਕੱਲੇ ਪੰਜਾਬ ਹਰਿਆਣਾ 'ਚ ਨਹੀਂ ਬਲਕਿ ਪੂਰੇ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੇ ਦੇਖੇ ਗਏ। ਇਸ ਮੌਕੇ ਜਿਹੜਾ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ ਹੈ ਉਸ ਦੇ ਵਿੱਚ ਇਸ ਘਟਨਾ ਬਾਰੇ ਦੱਸਿਆ ਗਿਆ ਅਤੇ ਨਾਲ ਹੀ 4 ਮੰਗਾਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ। ਪਹਿਲੀ ਮੰਗ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਅਤੇ ਕੇਸ ਦਰਜ ਕਰਨ ਦੀ, ਪਰਚਾ ਦਰਜ ਕਰਨ ਦੀ, ਹਿੰਸਾ ਭੜਕਾਉਣ ਤੇ ਫਿਰਕੂ ਨਫ਼ਰਤ ਫੈਲਾਉਣ ਦਾ ਪਰਚਾ ਦਰਜ। ਦੂਸਰਾ, ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੇ ਉਸਦੇ ਸਾਥੀ ਗੁੰਡਿਆਂ ਦੇ ਖਿਲਾਫ ਤੁਰੰਤ ਪਰਚਾ ਦਰਜ ਕਰਕੇ ਕਤਲ ਦਾ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ। ਤੀਸਰੀ ਘਟਨਾ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸਿੱਟ ਵੱਲੋਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਚੌਥਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜਿਹੜੇ ਕਿ ਇੱਕ ਸੰਵਿਧਾਨਕ ਅਹੁਦਾ ਸੰਭਾਲ ਰਹੇ ਨੇ, ਹਿੰਸਾ ਨੂੰ ਭੜਕਾ ਰਹੇ ਨੇ, ਉਹਨਾਂ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ। ਇਹ 4 ਮੁੱਖ ਮੰਗਾਂ ਕਿਸਾਨ ਮੋਰਚੇ ਨੇ ਰੱਖੀਆਂ ਰਾਸ਼ਟਰਪਤੀ ਦੇ ਮੂਹਰੇ। ਯੂਪੀ ਦੇ ਵਿੱਚ ਵਾਪਰੀ ਇਸ ਘਟਨਾ ਨੂੰ ਲੈ ਕੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਮਹਿਜ਼ ਇੱਕ ਲਾਈਨ ਦਾ ਬਿਆਨ ਇੱਥੇ ਦਿੱਤਾ ਹੈ, ਘਟਨਾ ਨੂੰ ਮੰਦਭਾਗਾ ਦੱਸਿਆ ਹੈ ਤੇ ਨਾਲ ਹੀ ਕਿਹਾ ਕਿ ਇਸ ਘਟਨਾ ਦੇ ਕਾਰਨਾਂ ਦੀ ਡੂੰਘਾਈ ਤੱਕ ਜਾਂਚ ਕੀਤੀ ਜਾਏਗੀ, ਤੱਥਾਂ ਨੂੰ ਸਾਹਮਣੇ ਲਿਆ ਕੇ ਸਖਤ ਕਾਰਵਾਈ ਕਰਾਂਗੇ। ਗੱਲ ਕਰਾਂਗੇ ਦੇਸ਼ ਦੀ ਸਰਬ ਉੱਚ ਅਦਾਲਤ ਦੀ ਕਿ ਕੀ ਉੱਥੇ ਲਖੀਮਪੁਰ ਖੀਰੀ ਵਾਲੀ ਘਟਨਾ ਦਾ ਜ਼ਿਕਰ ਹੋਇਆ ਹੈ। ਦਰਅਸਲ ਸੁਪਰੀਮ ਕੋਰਟ ਦੇ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਮਾਮਲੇ ਦੇ ਵਿੱਚ ਇੱਕ ਸੁਣਵਾਈ ਹੋਣੀ ਸੀ। ਇਸ ਦੌਰਾਨ ਅਟਾਰਨੀ ਜਨਰਲ ਕੇ ਵੇਣੂਗੋਪਾਲ ਨੇ ਲਖੀਮਪੁਰ ਖੀਰੀ ਦੀ ਘਟਨਾ ਦਾ ਜ਼ਿਕਰ ਕੀਤਾ। ਸੁਪਰੀਮ ਕੋਰਟ ਨੇ ਇਸ ਮੌਕੇ ਕੀ ਟਿੱਪਣੀ ਕੀਤੀ, ਕਿਹਾ ਕਿ ਜਦੋਂ ਖੇਤੀ ਕਾਨੂੰਨਾਂ ਤੇ ਰੋਕ ਲੱਗੀ ਹੋਈ ਹੈ ਤਾਂ ਕਿਸਾਨ ਕਿਹਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ। ਇਹ ਟਿੱਪਣੀ ਸੁਪਰੀਮ ਕੋਰਟ ਦੀ ਹੈ। ਕਹਿੰਦੇ ਜਦੋਂ ਤਿੰਨੇ ਖੇਤੀਬਾੜੀ ਕਾਨੂੰਨਾਂ ਤੇ ਅਸੀਂ 1.5 ਸਾਲ ਦੀ ਰੋਕ ਲਾਈ ਹੋਈ ਹੈ ਤਾਂ ਕਿਸਾਨ ਕਿਉਂ ਪ੍ਰਦਰਸ਼ਨ ਕਰ ਰਹੇ ਨੇ। ਜਸਟਿਸ AM ਖਾਨਵਿਲਕਰ ਤੇ CT ਰਵੀ ਕੁਮਾਰ ਦੇ ਬੈਂਚ ਨੇ ਕਿਹਾ ਕਿ ਅਦਾਲਤ ਵਿੱਚ ਕਾਨੂੰਨਾਂ ਦੀ ਵੈਧਤਾ ਨੂੰ ਚੁਣੌਤੀ ਦੇਣ ਤੋਂ ਬਾਅਦ ਅਜਿਹੇ ਵਿਰੋਧ ਪ੍ਰਦਰਸ਼ਨ ਕਰਨ ਦਾ ਸਵਾਲ ਕਿੱਥੋਂ ਪੈਦਾ ਹੁੰਦਾ ਹੈ। ਸੋ ਇਹ ਸੁਪਰੀਮ ਕੋਰਟ ਦੀ ਲਗਾਤਾਰ ਤੀਸਰੀ ਟਿੱਪਣੀ ਹੈ ਜਿਹੜੀ ਕਿ ਕਿਸਾਨਾਂ ਦੇ ਵਿਰੋਧ ਦੇ ਵਿੱਚ ਲਗਾਤਾਰ ਭੁਗਤ ਰਹੀ ਹੈ। ਸੁਪਰੀਮ ਕੋਰਟ ਕਿਸਾਨਾਂ ਨੂੰ ਸਰਹੱਦਾਂ ਖਾਲੀ ਕਰਨ ਦੇ ਲਈ ਲਗਾਤਾਰ ਟਿੱਪਣੀਆਂ ਕਰ ਰਹੀ ਹੈ। ਕਦੇ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਜ਼ਰੀਏ ਜਾਂ ਫਿਰ ਕਦੇ ਕਿਸੇ ਕੇਸ ਦੇ ਵਿੱਚ ਟਿੱਪਣੀ ਕਰਨ ਦੇ ਜ਼ਰੀਏ ਕਿਸਾਨਾਂ ਦੇ ਇਸ ਸੰਘਰਸ਼ ਨੂੰ ਨਿਸ਼ਾਨਾ ਜਿਹੜਾ ਦੇਸ਼ ਦੀ ਸਰਵਉੱਚ ਅਦਾਲਤ ਬਣਾ ਰਹੀ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ, ਇਹਨਾਂ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ, ਯਾਨੀ ਕਿ ਸੁਪਰੀਮ ਕੋਰਟ ਸ਼ਾਇਦ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜ਼ਿੰਮੇਵਾਰੀ ਕਿਸੇ ਨੂੰ ਲੈਣੀ ਨਹੀਂ ਚਾਹੀਦੀ। ਹਾਲਾਂਕਿ ਸੁਪਰੀਮ ਕੋਰਟ ਜਾਂ ਨਿਆਂਪਾਲਿਕਾ ਦੇ ਕਿਸੇ ਵੀ ਫੈਸਲੇ ਦੇ ਉੱਤੇ ਟਿੱਪਣੀ ਨਹੀਂ ਕੀਤੀ ਜਾ ਸਕਦੀ, ਪਰ ਇਹਦੇ ਮਾਇਨੇ ਮਤਲਬ ਜ਼ਰੂਰ ਕੱਢੇ ਜਾ ਸਕਦੇ ਨੇ। ਦਰਅਸਲ ਕਿਸਾਨ ਮਹਾਪੰਚਾਇਤ ਨੇ ਸੁਪਰੀਮ ਕੋਰਟ ਦੇ ਵਿੱਚ ਜੰਤਰ ਮੰਤਰ ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮੰਗੀ ਹੋਈ ਹੈ। ਉਸੇ ਜਿਹੜੀ ਅਪੀਲ ਤੇ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ ਗਈ ਹੈ। ਅਦਾਲਤ ਨੇ ਕਿਹਾ ਕਿ ਲੋਕਾਂ ਨੂੰ ਇੱਕ ਚੀਜ਼ ਦੀ ਚੋਣ ਕਰਨੀ ਪੈਂਦੀ ਹੈ, ਜਾਂ ਅਦਾਲਤ ਤੋਂ ਰਾਹਤ ਮੰਗੋ ਜਾਂ ਫਿਰ ਅੰਦੋਲਨ ਕਰੋ। ਮਾਮਲੇ ਦੀ ਅਗਲੀ ਸੁਣਵਾਈ 21 ਅਕਤੂਬਰ ਦੇ ਉੱਤੇ ਪਾ ਦਿੱਤੀ ਗਈ ਹੈ। ਹਾਲਾਂਕਿ ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚੇ ਨੇ ਕਹਿ ਦਿੱਤਾ ਸੀ ਕਿ ਕਿਸਾਨ ਮਹਾਪੰਚਾਇਤ ਦੇ ਵੱਲੋਂ ਦਾਇਰ ਕੀਤੀ ਪਟੀਸ਼ਨ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ, ਮੋਰਚੇ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਜਿਹੜੀ ਜਥੇਬੰਦੀ ਹੈ ਇਹ ਸਾਡੇ ਸੰਘਰਸ਼ ਦੇ ਵਿੱਚ ਸ਼ਾਮਿਲ ਹੀ ਨਹੀਂ ਹੈ। ਇਸ ਕਿਸਾਨ ਮਹਾਪੰਚਾਇਤ ਨੇ ਸੰਘਰਸ਼ ਕਰਨ ਦੀ, ਸੱਤਿਆਗ੍ਰਹਿ ਕਰਨ ਦੀ, ਜੰਤਰ ਮੰਤਰ ਦੇ ਉੱਤੇ ਸੱਤਿਆਗ੍ਰਹਿ ਕਰਨ ਦੀ ਇਜਾਜ਼ਤ ਮੰਗੀ ਹੈ ਤਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪਹਿਲਾਂ ਤੁਸੀਂ ਸ਼ਹਿਰ ਨੂੰ ਬਾਹਰੋਂ ਘੇਰੀ ਬੈਠੇ ਹੋ ਤੇ ਹੁਣ ਤੁਸੀਂ ਅੰਦਰ ਆਉਣਾ ਚਾਹੁੰਦੇ ਹੋ। ਇਹ ਤਲਖ ਟਿੱਪਣੀ ਪਿਛਲੇ ਦਿਨੀ ਕੀਤੀ ਗਈ ਸੀ। ਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਹੋਰ ਮਸਲੇ ਤੇ ਸੁਣਵਾਈ ਹੋਈ, ਹਰਿਆਣਾ ਸਰਕਾਰ ਦੀ ਅਪੀਲ ਤੇ। ਹਾਈਵੇਜ਼ ਨੂੰ ਖੋਲਣ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਈ ਹੋਈ ਹੈ, ਜਿਸ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸੰਯੁਕਤ ਕਿਸਾਨ ਮੋਰਚੇ ਦੇ 43 ਕਿਸਾਨ ਲੀਡਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਇਸ ਕੇਸ ਦੇ ਵਿੱਚ ਧਿਰ ਬਣਨ ਦੇ ਲਈ ਤੇ 20 ਅਕਤੂਬਰ ਨੂੰ ਅਗਲੀ ਸੁਣਵਾਈ ਹੋਏਗੀ। ਸੁਪਰੀਮ ਕੋਰਟ ਨੇ ਇਹ ਜਿਹੜਾ 43 ਜਥੇਬੰਦੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ, ਉਹਦੇ ਵਿੱਚ ਰਾਕੇਸ਼ ਟਿਕੈਤ, ਯੋਗੇਂਦਰ ਯਾਦਵ, ਰਾਜੇਵਾਲ, ਬਲਵੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਦੇ ਨਾਮ ਵੀ ਸ਼ਾਮਲ ਨੇ। ਦਰਅਸਲ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਦੀ ਸਰਕਾਰ ਨੇ ਪਟੀਸ਼ਨ ਦਾਇਰ ਕਰਕੇ ਕਿਸਾਨਾਂ ਨੂੰ ਸੜਕਾਂ ਤੋਂ ਹਟਾ ਕੇ ਰਾਹ ਸਾਫ਼ ਕਰਨ ਦੀ ਮੰਗ ਕੀਤੀ ਹੈ। ਇਸੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਇਹਨਾਂ 43 ਲੀਡਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਕਤਲੇਆਮ ਤੋਂ ਬਾਅਦ ਸਿਆਸੀ ਲੀਡਰ, ਜਿੰਨੀਆਂ ਵਿਰੋਧੀ ਧਿਰਾਂ ਨੇ ਉਹ ਜ਼ਰੂਰ ਭਖ ਗਈਆਂ। ਹਾਲਾਂਕਿ ਸਿਆਸੀ ਲੀਡਰਾਂ ਨੇ ਕਰਨੀ ਸਿਆਸਤ ਹੀ ਹੁੰਦੀ ਹੈ, ਪਰ ਫਿਰ ਵੀ ਜਿਹੜਾ ਇੱਕ ਪ੍ਰੈਸ਼ਰ ਹੈ, ਇੱਕ ਦਬਾਅ ਜਿਹੜਾ ਬਣਾਇਆ ਜਾਂਦਾ ਹੈ, ਉਸ ਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਤੇ ਅਸਰ ਜ਼ਰੂਰ ਹੁੰਦਾ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਦੇ ਵਿੱਚ ਕਾਂਗਰਸ ਲੀਡਰਾਂ ਦਾ ਕਾਫਲਾ
ਜਦੋਂ ਗਿਆ यूपी ਨੂੰ ਤਾਂ ਉਹਨਾਂ ਨੂੰ ਉੱਥੇ ਉਤਰਨ ਦੀ ਇਜਾਜ਼ਤ ਹੀ ਨਹੀਂ ਦਿੱਤੀ, ਹੈਲੀਕਾਪਟਰ ਉਤਾਰਨ ਦੀ ਇਜਾਜ਼ਤ ਹੀ ਨਹੀਂ ਦਿੱਤੀ। ਵਾਪਸ ਆ ਗਏ ਤਾਂ ਫਿਰ ਸੜਕੀ ਰਾਹ ਦੇ ਰਾਹੀਂ ਉਹਨਾਂ ਨੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਸਹਾਰਨਪੁਰ ਬਾਰਡਰ ਤੇ ਉਹਨਾਂ ਨੂੰ ਰੋਕ ਲਿਆ। ਉੱਥੇ ਹੀ ਰੰਧਾਵਾ ਤੇ ਹੋਰ ਲੀਡਰਾਂ ਨੇ ਧਰਨਾ ਲਾ ਦਿੱਤਾ ਤਾਂ यूपी ਪੁਲਿਸ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਖਿਰਕਾਰ ਹਿਰਾਸਤ ਦੇ ਵਿੱਚ ਲੈ ਲਿਆ। ਘੜੀਸ ਕੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਜਾਇਆ ਗਿਆ ਤੇ ਫਿਰ ਉਹਨਾਂ ਨੇ ਥਾਣੇ ਦੇ ਅੰਦਰ ਹੀ ਧਰਨਾ ਲਾ ਦਿੱਤਾ। ਰੰਧਾਵਾ ਦੇ ਨਾਲ ਵਿਧਾਇਕ ਕੁਲਜੀਤ ਸਿੰਘ ਨਾਗਰਾ, ਕੁਲਬੀਰ ਸਿੰਘ ਜ਼ੀਰਾ, ਬਰਿੰਦਰ ਮੀਤ ਸਿੰਘ ਪਾੜਾ, ਕੁਲਦੀਪ ਸਿੰਘ ਵੈਦ, ਪਰਮਿੰਦਰ ਸਿੰਘ ਪਿੰਕੀ ਤੇ ਅੰਗਦ ਸਿੰਘ ਸੈਣੀ ਇਹ यूपी ਲਈ ਰਵਾਨਾ ਹੋਏ, ਪਰ ਇਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ। यूपी ਪੁਲਿਸ ਨੇ ਵਾਰੀ-ਵਾਰੀ ਆਪਣਾ ਉਹੀ ਤਰਕ ਦਿੱਤਾ ਕਿ ਸਾਡੇ ਸੂਬੇ ਦੇ ਵਿੱਚ ਦਫਾ 144 ਲਾਈ ਗਈ ਹੈ। ਹਾਲਾਂਕਿ ਇਕੱਲੇ ਲਖੀਮਪੁਰ ਖੀਰੀ ਦੇ ਵਿੱਚ ਦਫਾ 144 ਹੈ ਜਿਹੜੀ ਉਹ ਲਾਈ ਗਈ ਹੈ। ਹਵਾਈ ਅੱਡੇ ਤੇ ਹੈਲੀਕਾਪਟਰ ਰਾਹੀਂ ਪਹੁੰਚਣ ਤੇ ਵੀ ਰੋਕ ਲਾਈ ਗਈ। ਕਿਹਾ ਕਿ ਕੋਈ ਵੀ ਲੀਡਰ ਇੱਥੇ ਨਹੀਂ ਉਤਰ ਸਕਦਾ। ਇੱਕ ਤਾਨਾਸ਼ਾਹੀ ਜਿਹੜਾ ਫਰਮਾਨ ਨੂੰ यूपी ਸਰਕਾਰ ਨੇ ਜਾਰੀ ਕੀਤਾ ਸੀ। ਉਸ ਤੋਂ ਬਾਅਦ ਫਿਰ ਜਿਹੜਾ ਰੰਧਾਵਾ ਦਾ ਕਾਫਲਾ ਉਹ ਸੜਕੀ ਰਾਹ ਦੇ ਰਾਹੀਂ यूपी ਨੂੰ ਰਵਾਨਾ ਹੋਇਆ ਤੇ ਰੰਧਾਵਾ ਨੇ ਕਿਹਾ ਕਿ ਲੋਕਤੰਤਰ ਦਾ ਕਤਲ ਹੋਇਆ ਹੈ। ਇਹ ਵੀ ਸਵਾਲ ਪੁੱਛੇ ਕਿ ਅੱਜ ਤੱਕ ਜਿੰਨੀਆਂ ਕੁਰਬਾਨੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਕਿਸੇ ਬੀਜੇਪੀ ਦੇ ਇੱਕ ਲੀਡਰ ਦੀ ਕੁਰਬਾਨੀ ਦੱਸ ਦਿਓ, ਆਰਐਸਐਸ ਦੇ ਇੱਕ ਲੀਡਰ ਦੀ ਕੁਰਬਾਨੀ ਤੁਸੀਂ ਦੱਸ ਦਿਓ। ਅੰਗਰੇਜ਼ ਸਰਕਾਰ ਦੇ ਨਾਲ ਮੋਦੀ ਸਰਕਾਰ ਦੀ ਤੁਲਨਾ ਕੀਤੀ ਗਈ, यूपी ਸਰਕਾਰ ਦੀ ਤੁਲਨਾ ਕੀਤੀ ਗਈ। ਮੁੱਖ ਮੰਤਰੀ ਨੂੰ ਕਹਾਂਗਾ ਕਿ ਸ਼ਰਮ ਕਰਨੀ ਚਾਹੀਦੀ ਹੈ ਸਾਨੂੰ। ਮੈਂ ਤਾਂ ਇੰਨਾ ਹੀ ਕਹਾਂਗਾ ਕਿ ਤੁਸੀਂ ਬੜੇ ਵੱਡੇ ਆਰਐਸਐਸ ਦੇ ਲੀਡਰ ਹੋ, ਪਰ ਜਿਹੜਾ ਆਰਐਸਐਸ ਦਾ ਜੋ ਏਜੰਡਾ ਸੀ ਅੱਜ ਤੁਸੀਂ ਖੁੱਲ੍ਹ ਕੇ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਕਿ ਆਰਐਸਐਸ ਹਿੰਦੁਸਤਾਨ ਦੀ ਲੋਕ ਰਾਜ ਨੂੰ ਖਤਮ ਕਰਨਾ ਚਾਹੁੰਦਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਲਖੀਮਪੁਰ ਖੀਰੀ ਦਾ ਦੌਰਾ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨ ਹੈਗੇ ਨੇ, ਸਾਡੇ ਭੈਣ ਭਰਾ ਨੇ, ਉਹਨਾਂ ਦੇ ਨਾਲ ਖੜਨ ਦਾ ਹੁਣ ਵਕਤ ਹੈਗਾ। ਉਹਨਾਂ ਦੇ ਆਪਣੇ ਪਰਿਵਾਰਾਂ ਦੇ ਜੀ ਨੇ ਜਿਹੜੇ ਉਹ ਗਵਾਏ ਨੇ ਤੇ ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਰਾਹੀਂ यूपी ਸਰਕਾਰ ਨੂੰ ਚਿੱਠੀ ਲਿਖ ਕੇ ਮੰਗ ਵੀ ਕੀਤੀ ਕਿ ਮੈਨੂੰ ਇੱਥੇ ਹੈਲੀਕਾਪਟਰ ਉਤਾਰਨ ਦੀ ਇਜਾਜ਼ਤ ਦਿੱਤੀ ਜਾਵੇ, ਪਰ यूपी ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ। ਪਰ ਫਿਰ ਸੜਕੀ ਰਾਹ ਦੇ ਰਾਹੀਂ ਮੁੱਖ ਮੰਤਰੀ ਚੰਨੀ ਰਵਾਨਾ ਨਹੀਂ ਹੋਏ ਕਿਉਂਕਿ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਉਹਨਾਂ ਨੂੰ ਸੂਬੇ ਦੇ ਮੁੱਖ ਮੰਤਰੀ ਹੋਣ ਕਰਕੇ ਬਹੁਤ ਸਾਰੀਆਂ ਸਰਗਰਮੀਆਂ ਹੁੰਦੀਆਂ ਨੇ, ਕੰਮ ਹੁੰਦੇ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਘਟਨਾ ਦੇ ਵਿਰੋਧ ਦੇ ਵਿੱਚ ਬਿਨਾਂ ਐਲਾਨ ਕੀਤੇ ਅਚਾਨਕ ਗਵਰਨਰ ਹਾਊਸ ਦੇ ਬਾਹਰ ਧਰਨਾ ਮਾਰ ਦਿੱਤਾ। ਲਖੀਮਪੁਰ ਖੀਰੀ यूपी ਦੇ ਵਿੱਚ 3 ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਰੋਸ ਪ੍ਰਗਟ ਕਰ ਰਹੇ ਕਿਸਾਨਾਂ ਦੀ ਬੀਜੇਪੀ ਦੀ ਜ਼ਾਲਮ ਸਰਕਾਰ ਦੇ ਵੱਲੋਂ ਖੂਨ ਨਾਲ ਹੋਲੀ ਖੇਡਣ ਦੇ ਵਿਰੁੱਧ ਨਵਜੋਤ ਸਿੰਘ ਸਿੱਧੂ ਦਾ ਰੋਹ ਹੈ ਜਿਹੜਾ ਉਹ ਭਖਿਆ ਹੋਇਆ ਸੀ। ਸਿੱਧੂ ਦੀ ਅਗਵਾਈ ਦੇ ਵਿੱਚ ਕਾਂਗਰਸ ਲੀਡਰਾਂ ਤੇ ਵਰਕਰਾਂ ਵੱਲੋਂ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ। ਚੰਡੀਗੜ੍ਹ ਪੁਲਿਸ ਨੇ ਇਸ ਦਰਮਿਆਨ ਭਾਰੀ ਫੋਰਸ ਲੈ ਕੇ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਕਿ ਪੂਰੇ ਪੰਜਾਬ ਦੇ ਵਿੱਚ ਸਿੱਧੂ ਦੇ ਸੱਦੇ ਤੇ ਬਲਾਕ ਤੇ ਜ਼ਿਲ੍ਹਾ ਪੱਧਰ ਤੇ ਕਾਂਗਰਸ ਦੇ ਵੱਲੋਂ ਧਰਨੇ ਦਿੱਤੇ ਗਏ ਨੇ। ਸਿੱਧੂ ਨੇ ਮੰਗ ਕੀਤੀ ਕਿ ਕਿਸਾਨਾਂ ਦੇ ਕਾਤਲਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਮੰਤਰੀ ਅਤੇ ਉਸਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦੇ ਵੱਲੋਂ ਕਿਸਾਨਾਂ ਖਿਲਾਫ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਜਾਵੇ। ਗਵਰਨਰ ਹਾਊਸ ਦੇ ਬਾਹਰ ਜਦੋਂ ਸਿੱਧੂ ਅਚਾਨਕ ਪਹੁੰਚੇ, ਧਰਨਾ ਦੇ ਕੇ ਬੈਠ ਗਏ ਤਾਂ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਤਿੱਖੀ ਨਾਅਰੇਬਾਜ਼ੀ ਕਰਦੇ ਰਹੇ ਤੇ ਜਦੋਂ ਪੁਲਿਸ ਚੰਡੀਗੜ੍ਹ ਪੁਲਿਸ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਰਹੀ ਸੀ ਤਾਂ ਉਦੋਂ ਵੀ ਲਗਾਤਾਰ ਨਾਅਰੇਬਾਜ਼ੀ ਕਰਦੇ ਰਹੇ। ਕਿਸਾਨ ਵਿਰੋਧੀ ਮੋਦੀ ਸਰਕਾਰ ਦੇ ਨਾਅਰੇ ਲੱਗਦੇ ਰਹੇ ਤੇ ਕਾਲੇ ਕਾਨੂੰਨ ਰੱਦ ਕਰਨ ਦੇ ਨਾਅਰੇ ਨੇ ਜਿਹੜੇ ਉਹ ਲੱਗਦੇ ਰਹੇ। ਤਕਰੀਬਨ ਪੌਣੇ ਘੰਟੇ ਬਾਅਦ ਹੀ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਨੂੰ ਇੱਥੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਸਿੱਧੂ ਨੇ ਥਾਣੇ ਦੇ ਵਿੱਚ ਜਾ ਕੇ ਵੀ ਧਰਨਾ ਦੇ ਦਿੱਤਾ। किसान भाइयों का कत्ल किया, उनकी अरेस्ट की मांग की, इसलिए अरेस्ट किया है। ये मेरा मौलिक अधिकार है कि मैं किसान भाइयों के हक की आवाज, सच की आवाज बुलंद करूं। क्या इसलिए अरेस्ट किया है कि खट्टर साहब की अहंकार की बू वाली स्टेटमेंट के खिलाफ आवाज उठाई है? क्या वो देशद्रोही नहीं है कि 60% किसानों के ऊपर वो अपनी अहंकारी सोच जमा रहे हैं? क्या ये अहंकार नहीं है कि आप हमारी जनरल सेक्रेटरी, हमारी लीडर प्रियंका जी के साथ बदसलूकी करें? क्या इस चीज का विरोध करना कानून के खिलाफ है?
ਇਸ ਮੌਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇਕੱਠਿਆਂ ਲਖੀਮਪੁਰ ਖੀਰੀ ਜਾਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਲਖੀਮਪੁਰ ਖੀਰੀ ਜਾਣਾ ਚਾਹੀਦਾ ਹੈ। ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਇਸ ਔਖੇ ਸਮੇਂ ਦੇ ਵਿੱਚ ਜ਼ਰੂਰ ਸਬਰ ਤੋਂ ਕੰਮ ਲੈਣ, ਕਿਉਂਕਿ ਬੀਜੇਪੀ ਸਰਕਾਰ ਜਾਣਬੁੱਝ ਕੇ ਅੰਦੋਲਨ ਦੇ ਵਿੱਚ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਵੇਲਾ ਸਾਰੇ ਸਿਆਸੀ ਵਖਰੇਵੇਂ ਭੁਲਾ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਖੜਨ ਦਾ ਹੈ। ਉਹਨਾਂ ਕਿਹਾ ਕਿ ਬਿਨਾਂ ਸ਼ੱਕ ਸਾਡੀ ਕੇਂਦਰੀ ਲੀਡਰਸ਼ਿਪ ਜਿਹੜੀ ਲਖੀਮਪੁਰ ਖੀਰੀ ਜਾ ਰਹੀ ਹੈ, ਪਰ ਪੰਜਾਬ ਦੀ ਲੀਡਰਸ਼ਿਪ ਦਾ ਵੀ ਇਹ ਜਿਹੜਾ ਫਰਜ਼ ਬਣਦਾ ਹੈ ਕਿ ਉੱਥੇ ਜਾ ਕੇ ਕਿਸਾਨਾਂ ਦੇ ਨਾਲ ਖੜਿਆ ਜਾਵੇ। ਕੌਮੀ ਕਾਂਗਰਸ ਦੀ ਗੱਲ ਕਰ ਲਈਏ ਤਾਂ ਕਾਂਗਰਸ ਲਗਾਤਾਰ ਗ੍ਰਹਿ ਰਾਜ ਮੰਤਰੀ ਦੇ ਅਸਤੀਫੇ ਤੇ ਅੜੀ ਹੋਈ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਫੌਰਨ ਬਰਖਾਸਤ ਕਰਨ ਅਤੇ ਪੁੱਤਰ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਦੁਹਰਾਈ ਹੈ। ਪਾਰਟੀ ਨੇ ਪ੍ਰਿਯੰਕਾ ਗਾਂਧੀ ਨੂੰ ਵੀ ਜਲਦ ਰਿਹਾ ਕੀਤੇ ਜਾਣ ਦੀ ਮੰਗ ਕੀਤੀ। ਕਾਂਗਰਸ ਦਾ ਇਲਜ਼ਾਮ ਹੈ ਕਿ ਪ੍ਰਿਯੰਕਾ ਗਾਂਧੀ ਨੂੰ यूपी पुलिस ने अपनी हिरासत विच रात तो ही रखा होया। छत्तीसगढ़ के मुख्य मंत्री भूपेश बघेल ने कहा कि लखीमपुर दे विच जो घटना वापरी है उस दे नाल पूरा देश है जिहड़ा वो हिल गया है। जो घटना वापरी उस घटना नूं सारे लोगों ने मीडिया के जरिए देखा, जिवें गोलियां चलाईयां गईयां, जिवें दरिंदगी वरती गई और गड्डियां जिहड़ियां किसानां दे उत्ते चढ़ाईयां गईयां, गड्डियां साड़ दित्तियां गईयां। उस तो पता लगता है कि जिहड़ी बीजेपी की सरकार है वो अंग्रेज़ां की प्रेरणा लैके ये सारा कुछ कर रहे ने। ਇਹ ਅੰਗਰੇਜ਼ਾਂ ਵਰਗੀ ਹੀ ਸਰਕਾਰ ਹੈ। ਪੂਰੇ ਦੇਸ਼ ਦੇ ਵਿੱਚ ਕਹਿੰਦੇ ਕਿਸਾਨਾਂ ਨੂੰ ਦਬਾਉਣ ਦੇ ਲਈ ਬੀਜੇਪੀ ਸਰਕਾਰ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਸ ਦੀ ਉਦਾਹਰਨ ਲਖੀਮਪੁਰ ਦੀ ਘਟਨਾ ਹੈ। ਸਾਡੀ ਮੰਗ ਹੈ ਕਿ ਸਭ ਤੋਂ ਪਹਿਲਾਂ ਗ੍ਰਹਿ ਰਾਜ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ, ਗੱਦੀਆਂ ਲਾਇਆ ਜਾਵੇ ਤੇ ਉਸ ਦੇ ਨਾਲ ਜੋ ਗਏ ਨੇ ਉਹਨਾਂ ਨੂੰ ਵੀ ਗੱਦੀਆਂ ਲਾਇਆ ਜਾਵੇ। ਅੰਦੋਲਨ ਕਰ ਰਹੇ ਲੋਕਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ, ਕਿਉਂਕਿ ਇਹ ਕੋਈ ਆਮ ਘਟਨਾ ਨਹੀਂ ਹੈ। ਇਹ ਸਿੱਧੇ ਤੌਰ ਤੇ ਕਤਲ ਦਾ ਮਾਮਲਾ ਹੈ। ਇਸ ਘਟਨਾ ਤੋਂ ਬਾਅਦ ਸਭ ਤੋਂ ਪਹਿਲਾਂ ਲਖੀਮਪੁਰ ਖੀਰੀ ਰਵਾਨਾ ਹੋਣ ਵਾਲੀ ਲੀਡਰ ਪ੍ਰਿਯੰਕਾ ਗਾਂਧੀ ਹੈ। ਪ੍ਰਿਯੰਕਾ ਗਾਂਧੀ ਨੇ ਉਸੇ ਰਾਤ ਨੂੰ, ਐਤਵਾਰ ਦੀ ਰਾਤ ਨੂੰ ਹੀ ਯੂਪੀ ਨੂੰ ਚਾਲੇ ਪਾ ਦਿੱਤੇ ਸੀ, ਪਰ ਪ੍ਰਿਯੰਕਾ ਗਾਂਧੀ ਵਾਡਰਾ ਤੇ ਪਾਰਟੀ ਦੇ ਹੋਰ ਲੀਡਰਾਂ ਨੂੰ ਸੀਤਾਪੁਰ ਨੇੜੇ ਹੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਕਾਂਗਰਸ ਨੇ ਦੋਸ਼ ਲਾਇਆ ਕਿ ਕਾਂਗਰਸੀ ਲੀਡਰਾਂ ਨੂੰ ਪ੍ਰਿਯੰਕਾ ਗਾਂਧੀ ਸਮੇਤ ਲਖੀਮਪੁਰ ਖੀਰੀ ਹਿੰਸਾ ਦੇ ਪੀੜਤਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਕਾਂਗਰਸ ਦੀ ਯੂਪੀ ਇਕਾਈ ਦੇ ਸੂਬਾ ਪ੍ਰਧਾਨ ਅਜੇ ਕੁਮਾਰ ਨੇ ਕਿਹਾ ਕਿ ਸਿਆਸੀ ਲੀਡਰਾਂ ਨੂੰ ਇਸ ਤਰ੍ਹਾਂ ਰੋਕਿਆ ਜਾਣਾ ਗੈਰ ਜਮਹੂਰੀ ਕਦਮ ਹੈ। ਉਹਨਾਂ ਕਿਹਾ ਕਿ ਪ੍ਰਿਯੰਕਾ ਗਾਂਧੀ, ਦੀਪੇਂਦਰ ਹੁੱਡਾ ਤੇ ਪਾਰਟੀ ਦੇ ਹੋਰਨਾਂ ਲੀਡਰਾਂ ਨੂੰ ਸਵੇਰੇ 5 ਵਜੇ ਸੀਤਾਪੁਰ ਨੇੜੇ ਹਿਰਾਸਤ ਵਿੱਚ ਲੈ ਲਿਆ ਗਿਆ। ਦੀਪੇਂਦਰ ਹੁੱਡਾ ਨੇ ਦਾਅਵਾ ਕੀਤਾ ਕਿ ਪ੍ਰਿਯੰਕਾ ਗਾਂਧੀ ਤੇ ਪੁਲਿਸ ਦੇ ਜਿਹੜੇ ਪੁਰਸ਼ ਪੁਲਿਸ ਕਰਮੀ ਨੇ ਉਹਨਾਂ ਨੇ ਹੱਥ ਚੁੱਕਿਆ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਧੀਰਜ ਗੁੱਜਰ ਨੇ ਵੀ ਦੱਸਿਆ ਕਿ ਲਖੀਮਪੁਰ ਖੀਰੀ ਦੇ ਬਾਹਰ ਖੜੇ ਅਸੀਂ ਉਡੀਕ ਕਰ ਰਹੇ ਸੀ, ਪਰ ਸਾਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਅੰਦਰ ਨਹੀਂ ਜਾਣ ਦਿੱਤਾ। ਹਿੰਸਾ ਦੇ ਪੀੜਤਾਂ ਨੂੰ ਅਸੀਂ ਸਿਰਫ ਮਿਲਣ ਲਈ ਗਏ ਸੀ। यहाँ खड़े क्यों हैं? धरना मार रहे हैं क्या आप यहाँ? तो कोई कुछ तो होगा आपके हाथ में, कोई कागज होगा, क्या है? ऑर्डर कहाँ है? ऑर्डर कहाँ है? हेलो सीओ साहब, ऑर्डर कहाँ है? ऑर्डर निकालिए। ऑर्डर कौन से ऑर्डर से रोका है आपने मुझे? तो चलो फिर ਤੇ ਪ੍ਰਿਯੰਕਾ ਗਾਂਧੀ ਨੂੰ ਸੀਤਾਪੁਰ ਦੇ ਵਿੱਚ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਉਹਨਾਂ ਦੇ ਭਰਾ ਅਤੇ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਟਵੀਟ ਕਰਕੇ ਪ੍ਰਿਯੰਕਾ ਦੀ ਹਿੰਮਤ ਦੀ ਦਾਤ ਦਿੱਤੀ। ਕਿਹਾ ਕਿ ਪ੍ਰਿਯੰਕਾ ਦੀ ਹਿੰਮਤ ਤੋਂ ਸਰਕਾਰ ਡਰ ਗਈ ਹੈ। ਪ੍ਰਿਯੰਕਾ, ਮੈਂ ਜਾਣਦਾ ਤੁਸੀਂ ਪਿੱਛੇ ਨਹੀਂ ਹਟੋਗੇ, ਤੁਹਾਡੀ ਹਿੰਮਤ ਤੋਂ ਉਹ ਡਰ ਗਏ ਨੇ। ਨਿਆਂ ਦੀ ਇਸ ਅਹਿੰਸਕ ਲੜਾਈ ਦੇ ਵਿੱਚ ਅਸੀਂ ਦੇਸ਼ ਦੇ ਅੰਨਦਾਤਾ ਨੂੰ ਜਿਤਾ ਕੇ ਰਹਾਂਗੇ। ਇਸ ਮੌਕੇ ਪ੍ਰਿਯੰਕਾ ਗਾਂਧੀ ਵਾਡਰਾ ਦੀ ਨਜ਼ਰਬੰਦੀ ਵਾਲੇ ਕਮਰੇ ਦੇ ਵਿੱਚ ਝਾੜੂ ਮਾਰਦਿਆਂ ਦੀ ਜਿਹੜੀ ਵੀਡੀਓ ਹੈ ਉਹ ਵੀ ਵਾਇਰਲ ਹੋਈ ਹੈ। ਇਹ ਵੀਡੀਓ ਉਸੇ ਕਮਰੇ ਦਾ ਦੱਸਿਆ ਗਿਆ ਜਿੱਥੇ ਪ੍ਰਿਯੰਕਾ ਨੂੰ ਸੀਤਾਪੁਰ ਪੀਏਸੀ ਹੈੱਡਕੁਆਰਟਰ ਦੇ ਵਿੱਚ ਸੋਮਵਾਰ ਸਵੇਰ ਤੋਂ ਹਿਰਾਸਤ ਵਿੱਚ ਰੱਖਿਆ ਗਿਆ। ਪ੍ਰਿਯੰਕਾ ਗਾਂਧੀ ਇੱਥੇ ਝਾੜੂ ਮਾਰਨ ਤੋਂ ਬਾਅਦ ਕਹਿੰਦੇ ਉਸੇ ਕਮਰੇ ਦੇ ਵਿੱਚ ਵਰਤ ਤੇ ਬੈਠ ਗਈ ਸੀ ਤੇ ਉਹਨਾਂ ਦੀ ਟੀਮ ਦੇ ਇੱਕ ਮੈਂਬਰ ਨੇ ਐਨਡੀਟੀਵੀ ਨੂੰ ਦੱਸਿਆ ਕਿ ਜਿਸ ਕਮਰੇ ਵਿੱਚ ਪ੍ਰਿਯੰਕਾ ਨੂੰ ਰੱਖਿਆ ਗਿਆ ਸੀ ਉਹ ਗੰਦਾ ਸੀ ਤੇ ਤਾਂ ਕਰਕੇ ਪ੍ਰਿਯੰਕਾ ਨੇ ਉਸ ਕਮਰੇ ਨੂੰ ਖੁਦ ਸਾਫ਼ ਕੀਤਾ। ਤੇ ਇਸ ਘਟਨਾ ਤੋਂ ਬਾਅਦ ਯੂਪੀ ਦੇ ਇੱਕ ਮੰਤਰੀ ਸਿਧਾਰਥ ਨਾਥ ਸਿੰਘ ਨੇ ਦੱਸਿਆ ਹੈ, ਏਐਨਆਈ ਨੂੰ ਕਿਹਾ ਹੈ ਕਿ ਵਿਰੋਧੀ ਧਿਰ ਇਸ ਘਟਨਾ ਦੀ ਵਰਤੋਂ ਚੋਣ ਮਨਸ਼ਾ ਦੇ ਨਾਲ ਕਰ ਰਿਹਾ। ਉਹਨਾਂ ਕਿਹਾ ਕਿ ਸੂਬਾ ਸਰਕਾਰ ਇਸ ਘਟਨਾ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ। ਮੁੱਖ ਮੰਤਰੀ ਨੇ ਕਹਿ ਦਿੱਤਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਏਗੀ। ਪ੍ਰਿਯੰਕਾ ਗਾਂਧੀ ਨੂੰ ਹਿਰਾਸਤ ਵਿੱਚ ਲਏ ਜਾਣ ਤੇ ਮੰਤਰੀ ਨੇ ਕਿਹਾ ਕਿ ਪ੍ਰਿਯੰਕਾ ਪਹਿਲਾਂ ਵੀ ਸਿਆਸੀ ਦੌਰੇ ਕਰਦੀ ਰਹਿੰਦੀ ਹੈ ਤੇ ਇਹ ਵੀ ਉਸਦਾ ਸਿਆਸੀ ਦੌਰਾ ਹੈ। ਉਧਰ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਵੀ ਇਸ ਘਟਨਾ ਦੀ ਨਿਆਂਇਕ ਜਾਂਚ ਕਰਾਉਣ ਦੀ ਮੰਗ ਕੀਤੀ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਨੂੰ ਵੀ ਲਖਨਊ ਦੇ ਵਿੱਚ ਰੋਕੇ ਜਾਣ ਦੀ ਜਾਣਕਾਰੀ ਦਿੱਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਦੇ ਲਈ, ਕਿਸਾਨਾਂ ਦੀਆਂ ਮੌਤਾਂ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਦਾਰ ਦੱਸਿਆ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਜ਼ਿੱਦ ਕਰਕੇ ਹੀ ਅੱਜ ਮੁਲਕ ਨੂੰ ਇਹ ਹਾਲਤ ਦੇਖਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਜਦੋਂ ਤੋਂ 3 ਕਾਲੇ ਕਾਨੂੰਨ ਪਾਰਲੀਮੈਂਟ ਤੋਂ ਪਾਸ ਕਰਵਾਏ ਨੇ ਉਦੋਂ ਤੋਂ ਹੀ ਦੇਸ਼ ਦਾ ਅੰਨਦਾਤਾ ਅੰਦੋਲਨ ਦੇ ਰਾਹ ਤੇ ਪਿਆ ਹੋਇਆ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਬੀਜੇਪੀ ਦੇ ਨਾਲ 2.5 ਦਹਾਕੇ ਤੋਂ ਵੀ ਲੰਬੀ ਸਿਆਸੀ ਸਾਂਝ ਤੋੜ ਕੇ ਅਸੀਂ ਕਿਸਾਨੀ ਸੰਘਰਸ਼ ਦਾ ਡਟਵਾਂ ਸਾਥ ਦਿੱਤਾ ਹੈ ਤੇ ਦਿੰਦੇ ਰਹਾਂਗੇ। ਇਸੇ ਦਰਮਿਆਨ ਸੁਖਬੀਰ ਬਾਦਲ ਨੇ ਆਪਣੀ ਜਿਹੜੀ ਜਲੰਧਰ ਦੇ ਵਿੱਚ ਸਮਾਗਮ ਹੋਣੇ ਸੀ 5 ਅਕਤੂਬਰ ਨੂੰ ਉਹ ਸਾਰੇ ਵੀ ਰੱਦ ਕਰਨ ਦਾ ਐਲਾਨ ਕੀਤਾ। ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚੇਤੰਨ ਕਰਦਿਆਂ ਕਿਹਾ ਕਿ ਜੇ ਆਪਣੀ ਜ਼ਿੱਦ ਮੋਦੀ ਸਰਕਾਰ ਨੇ ਨਾ ਛੱਡੀ ਤਾਂ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਨੇ ਤੇ ਇਹਦੇ ਲਈ ਵੀ ਪ੍ਰਧਾਨ ਮੰਤਰੀ ਮੋਦੀ ਹੀ ਜ਼ਿੰਮੇਦਾਰ ਹੋਣਗੇ। सेंटर सरकार समझ नहीं रही किसानां दी इमोशंस। देखो किन्नियां जानां जा रही हैं। देश दा प्रधानमंत्री देश दा मुखी हुंदा, परिवार दा मुखी, उस प्रधानमंत्री नूं जिद ते अड़ना नहीं चाहिदा। प्रधानमंत्री नूं सुननी चाहिदी आवाज। जे कानून तुसीं काले बनाए है, किसानां नहीं पसंद करदे, फिर तुसीं रखे क्यों है? आ प्रधानमंत्री दी जिद करके ਅੱਜ ਦੇਖੋ ਕਿੰਨੀਆਂ ਜਾਨਾਂ ਚਲੇ ਗਈਆਂ, ਹੋਰ ਵੀ ਅੱਗੇ ਜਾ ਸਕਦੀਆਂ। ਇਸ ਕਰਕੇ ਦੇਸ਼ ਨੂੰ ਬਚਾਉਣਾ ਜ਼ਰੂਰੀ ਹੈ, ਕਿਸਾਨਾਂ ਦੀ ਜਾਨਾਂ ਬਚਾਉਣੀ ਜ਼ਰੂਰੀ ਹੈ, ਦੇਸ਼ ਵਿੱਚ ਅਨਰੈਸਟ ਜੋ ਹੈ ਉਹ ਖਤਮ ਕਰਨਾ ਜ਼ਰੂਰੀ ਹੈ। ਆਮ ਆਦਮੀ ਪਾਰਟੀ ਵੀ ਇਸ ਘਟਨਾ ਦਾ ਸਿਆਸੀ ਲਾਹਾ ਲੈਣ ਤੋਂ ਪਿੱਛੇ ਨਹੀਂ ਰਹੀ ਹੈ। ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ। ਰਾਘਵ ਚੱਡਾ ਨੇ ਮੰਗਾਂ ਰੱਖੀਆਂ, ਕਿਹਾ ਕਿ ਮੰਤਰੀ ਦੇ ਮੁੰਡੇ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਤੇ ਮੰਤਰੀ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਇਸ ਘਟਨਾ ਦੀ ਨਿਰਪੱਖ ਤੇ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਅਤੇ ਇਹ ਵੀ ਉਹਨਾਂ ਨੇ ਦੱਸਿਆ ਕਿ ਸਾਰੀਆਂ ਜਿਹੜੀਆਂ ਜਾਂਚ ਏਜੰਸੀਆਂ ਨੇ ਯੂਪੀ ਦੇ ਵਿੱਚ, ਉਹ ਦੁਖਦਾਈ ਗੱਲ ਇਹ ਹੈ ਕਿ ਉਹ ਸਾਰੀਆਂ ਇਸੇ ਮੰਤਰੀ ਦੇ ਅਧੀਨ ਨੇ, ਇਸ ਕਰਕੇ ਨਿਰਪੱਖ ਜਾਂਚ ਦੀ ਆਸ ਨਹੀਂ ਕੀਤੀ ਜਾ ਸਕਦੀ। भाजपा के लाडले बेटे ने अपनी गाड़ी से किसानों को रौंदने का काम किया, उसे इमीडिएटली अरेस्ट किया जाए, गिरफ्तार किया जाए। दूसरी मांग वो है एक निष्पक्ष जांच की, एक इंडिपेंडेंट जुडिशियल प्रोब इस मामले में करी जाए और दोषियों को सजा दी जाए। तीसरी और सबसे जरूरी मांग, केंद्रीय गृह राज्य मंत्री, मिनिस्टर ऑफ स्टेट होम अफेयर्स गवर्नमेंट ऑफ इंडिया अजय मिश्रा को इसी समय बर्खास्त किया जाए। जब तक अजय मिश्रा अपनी मंत्रालय पे एमओएस होम का चार्ज लिए सीट पर, कुर्सी पर बैठे हुए हैं, एक निष्पक्ष जांच नहीं की जा सकती। इसलिए नहीं की जा सकती क्योंकि वो गृह मंत्री हैं। पुलिस से लेकर सारी जांच एजेंसियां तक गृह मंत्री को रिपोर्ट करती हैं, उनके दायरे में आती हैं। तो जब जांच एजेंसी बाप की तो वो बेटे को कैसे गिरफ्तार होने देगी? ਹੁਣ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਕਲਿੱਪ ਉਸ ਮੰਤਰੀ ਦਾ ਜਿਸ ਕਰਕੇ ਇਹ ਸਾਰਾ ਰਫੜ ਪਿਆ ਹੈ, ਜਿਸ ਕਰਕੇ 8 ਜਣਿਆਂ ਦੀ ਅਜਾਈ ਜਾਨ ਹੈ ਜਿਹੜੀ ਉਹ ਚਲੀ ਗਈ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਟੇਨੀ ਦੀ ਇਹ ਵੀਡੀਓ ਹੈ, ਜਿਨ੍ਹਾਂ ਨੇ 26 ਸਤੰਬਰ ਨੂੰ ਇੱਕ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਉਹਨਾਂ ਦੀ ਖਿਲਾਫਤ ਕੀਤੀ ਸੀ ਲਖੀਮਪੁਰ ਖੀਰੀ ਦੇ ਵਿੱਚ ਜਾ ਕੇ। ਉਹਨਾਂ ਨੇ ਕਿਸਾਨਾਂ ਨੂੰ 2 ਮਿੰਟ ਦੇ ਵਿੱਚ ਸੁਧਰ ਜਾਣ ਤੇ ਲਖੀਮਪੁਰ ਖੀਰੀ ਛੱਡਣ ਦੀ ਚੇਤਾਵਨੀ ਦਿੱਤੀ ਸੀ। ਗ੍ਰਹਿ ਰਾਜ ਮੰਤਰੀ ਅਤੇ ਲਖੀਮਪੁਰ ਖੇੜੀ ਦੇ ਸੰਸਦ ਮੈਂਬਰ ਮਿਸ਼ਰਾ ਦੇ ਵੱਲੋਂ ਕੁਝ ਦਿਨ ਪਹਿਲਾਂ ਯਾਨੀ ਕਿ 26 ਸਤੰਬਰ ਨੂੰ ਆਪਣੇ ਹੀ ਗ੍ਰਹਿ ਜ਼ਿਲ੍ਹੇ ਦੇ ਵਿੱਚ ਮੀਟਿੰਗ ਦੌਰਾਨ ਕਿਸਾਨਾਂ ਨੂੰ ਦਿੱਤੀ ਚੇਤਾਵਨੀ ਦਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹਨਾਂ ਨੂੰ ਇਹ ਕਹਿੰਦੇ ਹੋਏ ਸਾਫ਼ ਸੁਣਿਆ ਜਾ ਰਿਹਾ ਹੈ, ਸਾਹਮਣੇ ਆਓ, ਅਸੀਂ ਤੁਹਾਨੂੰ ਸਿਰਫ 2 ਮਿੰਟਾਂ ਦੇ ਵਿੱਚ ਸੁਧਾਰ ਦੇਵਾਂਗੇ। मैं ऐसे लोगों को कहना चाहता हूं कि सुधर जाओ, नहीं तो सामना करो आके, हम आपको सुधार देंगे, 2 मिनट लगेगा केवल। ਤੇ ਕਿਸਾਨਾਂ ਦੇ ਉੱਤੇ ਹੋਏ ਇਸ ਖੂਨੀ ਹਮਲੇ ਦੇ ਵਿੱਚ ਤਰਾਈ ਦੇ ਕਿਸਾਨ ਲੀਡਰ ਤੇਜਿੰਦਰ ਸਿੰਘ ਵਿਰਕ ਵੀ ਬਹੁਤ ਜ਼ਖਮੀ ਹੋਏ ਨੇ। ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਖਬਰਾਂ ਇਹ ਮਿਲ ਰਹੀਆਂ ਨੇ ਕਿ ਵਿਰਕ ਉਹਨਾਂ ਲੋਕਾਂ ਦੇ ਨਿਸ਼ਾਨੇ ਤੇ ਸਨ ਜਿਨ੍ਹਾਂ ਨੇ ਪਿੱਛੋਂ ਆ ਕੇ ਗੱਡੀਆਂ ਚੜਾ ਦਿੱਤੀਆਂ ਸੀ। ਵਿਰਕ ਦੇ ਨਾਲ ਹੈਲੀਪੈਡ ਉੱਤੇ ਪ੍ਰਦਰਸ਼ਨ ਕਰਨ ਪਹੁੰਚੇ ਗੁਰਜੀਤ ਸਿੰਘ ਵਿਰਕ ਕੋਟੀਆ ਨੇ ਦੱਸਿਆ ਕਿ ਤੇਜ਼ੀ ਨਾਲ ਗੱਡੀਆਂ ਨੇ ਟੱਕਰ ਪਿੱਛੋਂ ਆ ਕੇ ਉਦੋਂ ਮਾਰੀ ਜਦੋਂ ਕਿਸਾਨ ਧਰਨਾ ਖਤਮ ਹੋਣ ਕਰਕੇ ਘਰਾਂ ਨੂੰ ਪਰਤਣ ਲੱਗ ਪਏ ਸੀ। ਗੁਰਜੀਤ ਗੱਡੀ ਹੇਠ ਆ ਗਿਆ ਤੇ ਗੱਡੀ ਦੇ ਟਾਇਰ ਸਲਿੱਪ ਕਰਨ ਲੱਗੇ। ਹਜ਼ਾਰਾਂ ਕਿਸਾਨਾਂ ਨੇ ਗੱਡੀ ਨੂੰ ਪਲਟਾ ਕੇ ਉਸ ਨੂੰ ਗੱਡੀ ਦੇ ਥੱਲਿਓਂ ਬਾਹਰ ਕੱਢਿਆ। ਟਾਇਰਾਂ ਦੀ ਰਗੜ ਕਾਰਨ ਉਸ ਦੀ ਢੂਹੀ ਬੁਰੀ ਤਰ੍ਹਾਂ ਦੇ ਨਾਲ ਛਿੱਲੀ ਗਈ। ਰਾਤ ਨੂੰ ਉਸ ਨੂੰ ਰੁਦਰਪੁਰ ਦੇ ਚੀਮਾ ਹਸਪਤਾਲ ਭਰਤੀ ਕਰਵਾਇਆ ਗਿਆ। ਕਿਸਾਨ ਲੀਡਰ ਸੁਖਵੰਤ ਸਿੰਘ ਭੁੱਲਰ ਨੇ ਕਿਹਾ ਕਿ ਗੱਡੀਆਂ ਦੇ ਵਿੱਚ ਸਵਾਰ ਲੋਕਾਂ ਦਾ ਨਿਸ਼ਾਨਾ ਕਿਸਾਨ ਲੀਡਰ ਤੇਜਿੰਦਰ ਸਿੰਘ ਵਿਰਕ ਸੀ, ਜੋ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੀ ਲੀਡਰ ਨੇ ਤੇ ਵਿਰਕ ਦੇ ਗੰਭੀਰ ਸੱਟਾਂ ਲੱਗੀਆਂ ਨੇ।
ਨੇ। ਹਾਲਾਂਕਿ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸੋ ਤੁਸੀਂ ਸੋਚ ਸਕਦੇ ਹੋ ਕਿ ਕਿਸ ਕਦਰ ਤੇ ਕਿਸ ਤਰੀਕੇ ਦੇ ਨਾਲ ਜ਼ਾਲਮਾਨਾ ਤਰੀਕੇ ਦੇ ਨਾਲ ਕਿਸਾਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ। ਰਾਹਤ ਦੀ ਗੱਲ ਇਹ ਹੈ ਕਿ ਕੁਝ ਕਿਸਾਨਾਂ ਨੂੰ ਬਚਾ ਲਿਆ ਗਿਆ ਤੇ ਜਿਹੜੇ ਜ਼ਖਮੀ ਨੇ ਉਹਨਾਂ ਦੀ ਸਲਾਮਤੀ ਦੀ ਅਸੀਂ ਜ਼ਰੂਰ ਅਰਦਾਸ ਕਰਾਂਗੇ। ਇਸ ਦਰਮਿਆਨ ਚੰਡੀਗੜ੍ਹ ਦੀਆਂ ਤਸਵੀਰਾਂ ਵੀ ਤੁਹਾਨੂੰ ਦੱਸਦੇ ਹਾਂ। ਚੰਡੀਗੜ੍ਹ ਵਿੱਚ ਕਿਸਾਨ ਮੋਰਚੇ ਦੇ ਸੱਦੇ ਤੇ ਸੈਕਟਰ 17 ਦੇ ਵਿੱਚ ਡੀਸੀ ਦਫ਼ਤਰ ਦੇ ਮੂਹਰੇ ਧਰਨਾ ਦਿੱਤਾ ਗਿਆ। ਇੱਥੇ ਕਿਸਾਨਾਂ ਦੇ ਹਮਾਇਤੀ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ। ਕਿਸਾਨਾਂ, ਵਿਦਿਆਰਥੀਆਂ ਤੇ ਬੁੱਧੀਜੀਵੀਆਂ ਨੂੰ ਚੰਡੀਗੜ੍ਹ ਪੁਲਿਸ ਨੇ ਧਰਨਾ ਦੇਣ ਤੋਂ ਰੋਕਿਆ ਵੀ। ਪੁਲਿਸ ਨੇ ਧਰਨਾਕਾਰੀਆਂ ਨੂੰ ਗ੍ਰਿਫਤਾਰ ਕਰਕੇ ਬੱਸ ਵਿੱਚ ਚੜਾਉਣ ਦੀ ਕੋਸ਼ਿਸ਼ ਕੀਤੀ ਤਾਂ ਧਰਨਾਕਾਰੀ ਬੱਸ ਦੇ ਮੂਹਰੇ ਸੜਕ ਤੇ ਬੈਠ ਕੇ ਨਾਅਰੇਬਾਜ਼ੀ ਕਰਨ ਲੱਗੇ। ਦਾ ਖਾਲਸ ਟੀਵੀ ਨੇ ਇਸ ਸਾਰੇ ਰੋਸ ਮੁਜ਼ਾਹਰੇ ਦੀ ਜਿਹੜੀ ਖਾਸ ਕਵਰੇਜ ਕੀਤੀ ਹੈ। ਇਸ ਮੌਕੇ ਸੁਖਦੇਵ ਸਿੰਘ ਸਿਰਸਾ ਤੇ ਪਿਆਰੇ ਲਾਲ ਗਰਗ ਨੇ ਖਾਲਸ ਟੀਵੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਜਿਹੜੀ ਜ਼ਬਰਦਸਤੀ ਉਹਨਾਂ ਨੂੰ ਬੱਸ ਦੇ ਵਿੱਚ ਚੜਾਉਣਾ ਚਾਹੁੰਦੀ ਸੀ, ਪਰ ਜਦੋਂ ਅਸੀਂ ਵਿਰੋਧ ਕੀਤਾ ਤਾਂ ਪੁਲਿਸ ਪਿੱਛੇ ਹਟ ਗਈ ਤੇ ਫਿਰ ਉੱਥੇ 1 ਵਜੇ ਤੱਕ ਰੋਸ ਮੁਜ਼ਾਹਰਾ ਜਿਹੜਾ ਉਹ ਕੀਤਾ ਗਿਆ। ਇਸ ਮੌਕੇ ਕਿਸ ਤਰ੍ਹਾਂ ਸਰਕਾਰ ਦੇ ਖਿਲਾਫ, ਤਾਨਾਸ਼ਾਹੀ ਦੇ ਖਿਲਾਫ, ਇਸ ਕਤਲੇਆਮ ਦੇ ਖਿਲਾਫ ਲੋਕਾਂ ਨੇ ਆਪਣਾ ਗੁੱਸਾ ਕੱਢਿਆ, ਉਹ ਤੁਹਾਨੂੰ ਸੁਣਾਉਂਦੇ ਆ। जो अजय मिश्रा ने यूनियन स्टेट मिनिस्टर उन्होंने चंगा किया जाए। नंबर 3 ਉਹਦਾ ਲੜਕਾ ਤੇ ਉਹਦੇ ਨਾਲ ਜਿਹੜੇ ਉਸਦੇ ਗੁੰਡੇ ਨੇ, ਉਹਦੇ ਸਾਥੀ ਨੇ, ਉਹਨਾਂ ਦਾ 302 ਦਾ ਮੁਕੱਦਮਾ ਦਰਜ ਹੋਵੇ। ਨੰਬਰ 4 ਦੀ ਫੌਰੀ ਗ੍ਰਿਫਤਾਰੀ ਹੋਵੇ। ਨੰਬਰ 5 ਮਨੋਹਰ ਲਾਲ ਖੱਟਰ ਜਿਨ੍ਹਾਂ ਕੱਲ ਬੜਾ ਭੜਕਾਊ ਬਿਆਨ ਦਿੱਤਾ ਹੈ, ਉਹਨਾਂ ਨੂੰ ਫੌਰੀ ਚੰਗਾ ਕੀਤਾ ਜਾਏ। ਕਿਸਾਨਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ। ਕਿਸਾਨਾਂ ਨਾਲ ਧੱਕਾ ਬੰਦ ਕਰੋ। ਤੇ ਜੇ ਹੁਣ ਗੱਲ ਕਰ ਲਈਏ ਉਸ ਮੰਤਰੀ ਦੀ ਜਿਸ ਨੂੰ ਇਸ ਸਾਰੇ ਘਟਨਾਕ੍ਰਮ ਦੇ ਨਾਲ ਜੋੜਿਆ ਜਾ ਰਿਹਾ ਹੈ, ਜੋ ਇਸ ਸਭ ਕਾਸੇ ਲਈ ਮੁਲਜ਼ਮ ਮੰਨਿਆ ਜਾ ਰਿਹਾ ਹੈ, ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ। ਕਈ ਟੀਵੀ ਚੈਨਲਾਂ ਨੂੰ ਇੰਟਰਵਿਊ ਦਿੱਤਾ ਹੈ। BBC ਨੂੰ ਗੱਲਬਾਤ ਕਰਦਿਆਂ ਜੋ ਕਿਹਾ ਉਹ ਤੁਹਾਨੂੰ ਦੱਸਦੇ ਹਾਂ। ਕਹਿੰਦੇ ਜਿਹੜੇ ਲੋਕ ਆਏ ਸੀ ਅੰਦੋਲਨ ਕਰਨ ਦੇ ਲਈ ਵੀ ਉਹ ਬਾਹਰੋਂ ਬੁਲਾ ਕੇ ਲਿਆਂਦੇ ਗਏ ਲੋਕ ਸੀ। ਸਾਡੇ ਜ਼ਿਲ੍ਹੇ ਦੇ ਲੋਕ ਕਿਸੇ ਵੀ ਤਰ੍ਹਾਂ ਦੇ ਇਹ ਅਜਿਹੇ ਅੰਦੋਲਨ ਦੇ ਵਿੱਚ ਸ਼ਾਮਿਲ ਨਹੀਂ ਹੁੰਦੇ, ਕਿਉਂਕਿ ਜਿਨ੍ਹਾਂ ਲੋਕਾਂ ਦੀ ਕਹਿੰਦੇ ਮੌਤ ਦੀ ਖਬਰ ਆ ਰਹੀ ਹੈ ਉਹ ਵੀ ਸਾਡੇ ਜ਼ਿਲ੍ਹੇ ਦੇ ਰਹਿਣ ਵਾਲੇ ਨਹੀਂ ਹੈਗੇ। ਉਹ ਨਾਲਪਾੜਾ, ਬਹਿਰਾਇਚ ਦੇ ਰਹਿਣ ਵਾਲੇ ਲੋਕ ਨੇ। ਤੇ ਜਿਸ ਤਰ੍ਹਾਂ ਸਾਡੇ ਵਰਕਰਾਂ ਤੇ ਹਮਲਾ ਕੀਤਾ ਗਿਆ, ਇਸ ਤੋਂ ਲੱਗਦਾ ਹੈ ਕਿ ਕੁਝ ਬੇਈਮਾਨ ਤੱਤ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਕਾਨਫਰੰਸ, ਜ਼ਿਲ੍ਹਿਆਂ ਦੇ ਵਿੱਚੋਂ ਕਿਸਾਨ ਕਾਨਫਰੰਸ ਦੇ ਵਿੱਚ ਜ਼ਰੂਰ ਆਏ ਹੋਣਗੇ। ਕਿਸਾਨਾਂ ਦੇ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈਂਦਿਆਂ ਹੀ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹ ਇਲਜ਼ਾਮ ਲਾਤਾ ਉਲਟਾ ਮੰਤਰੀ ਨੇ, ਤੇ ਮੰਤਰੀ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਮੇਰਾ ਪੁੱਤਰ ਉਸ ਵਕਤ ਗੱਡੀ ਦੇ ਵਿੱਚ ਮੌਜੂਦ ਸੀ। ਉਹਨਾਂ ਕਿਹਾ ਕਿ ਮੇਰਾ ਪੁੱਤਰ ਗੱਡੀ ਚਲਾ ਰਿਹਾ ਸੀ। ਇਹ ਇਲਜ਼ਾਮ ਬਿਲਕੁਲ ਗਲਤ ਹੈ। ਮੈਂ ਜਾਂ ਮੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਉਸ ਵਕਤ ਉੱਥੇ ਮੌਜੂਦ ਨਹੀਂ ਸੀ। ਅਜੇ ਮਿਸ਼ਰਾ ਨੇ ਦੱਸਿਆ ਕਿ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਜੱਦੀ ਪਿੰਡ ਦੇ ਵਿੱਚ ਅਸੀਂ ਹਰ ਵਾਰ ਕੁਸ਼ਤੀ ਮੁਕਾਬਲਾ ਕਰਾਉਣੇ ਆ ਤੇ ਉਸ ਮੁਕਾਬਲੇ ਦੇ ਵਿੱਚ ਮੈਂ ਜਾਣਾ ਸੀ, ਪਹੁੰਚਣਾ ਸੀ ਤੇ ਉਪ ਮੁੱਖ ਮੰਤਰੀ ਨੇ ਮੁੱਖ ਮਹਿਮਾਨ ਦੇ ਵਜੋਂ ਆਉਣਾ ਸੀ। ਉਸ ਕਰਕੇ ਅਸੀਂ ਉੱਥੇ ਜਿਹੜਾ ਹੈਗਾ ਕੰਮ ਕਰ ਰਹੇ ਸੀ ਤੇ ਕਿਸਾਨਾਂ ਦੇ ਸੰਘਰਸ਼ ਕਰਕੇ ਸਾਡੇ ਜਿਹੜੇ ਪ੍ਰੋਗਰਾਮ ਵਾਲੀ ਥਾਂ ਤੋਂ ਰੂਟ ਨੂੰ ਡਾਇਵਰਟ ਕਰ ਦਿੱਤਾ ਗਿਆ ਸੀ ਤਾਂ ਕਿ ਕਿਸਾਨਾਂ ਦੇ ਕਾਲੇ ਝੰਡੇ ਦਿਖਾਉਣ ਤੋਂ ਅਸੀਂ ਬਚ ਜਾਈਏ। ਸਾਡਾ ਰੂਟ ਕਹਿੰਦੇ ਬਦਲ ਗਿਆ ਤੇ ਸਾਡੇ ਵਰਕਰ 4-5 ਗੱਡੀਆਂ ਦੇ ਵਿੱਚ ਸਾਨੂੰ ਲੈਣ ਆ ਰਹੇ ਸੀ। ਉਹਨਾਂ ਵਰਕਰਾਂ ਤੇ ਕਿਸਾਨਾਂ ਦੇ ਵਿੱਚ ਸ਼ਾਮਿਲ ਸ਼ਰਾਰਤੀ ਲੋਕਾਂ ਨੇ ਪਥਰਾਅ ਕੀਤਾ, ਜਿਸ ਕਾਰਨ ਗੱਡੀਆਂ ਰੁਕੀਆਂ। ਕਹਿੰਦੇ ਗੱਡੀਆਂ ਵਿੱਚੋਂ ਖਿੱਚ ਕੇ ਸਾਡੇ ਵਰਕਰਾਂ ਨੂੰ ਲਾਠੀਆਂ, ਡੰਡਿਆਂ ਤੇ ਤਲਵਾਰਾਂ ਦੇ ਨਾਲ ਕੁੱਟਿਆ ਗਿਆ। ਇਸ ਦਾ ਵੀਡੀਓ ਸਾਡੇ ਕੋਲ ਹੈ ਤੇ ਫਿਰ ਗੱਡੀਆਂ ਨੂੰ ਧੱਕਾ ਦੇ ਕੇ ਖੱਡੇ ਦੇ ਵਿੱਚ ਸੁੱਟ ਦਿੱਤਾ ਗਿਆ। ਉਹਨਾਂ ਗੱਡੀਆਂ ਨੂੰ ਸਾੜ ਦਿੱਤਾ ਗਿਆ। ਨਾਲ ਦੂਸਰੀਆਂ ਗੱਡੀਆਂ ਦੀ ਵੀ ਭਾਰੀ ਭੰਨਤੋੜ ਕੀਤੀ ਗਈ। ਕਹਿੰਦੇ ਇਸ ਘਟਨਾ ਦੇ ਵਿੱਚ ਸਾਡੇ 3 ਵਰਕਰ ਨੇ ਜਿਹੜੇ ਉਹ ਮਾਰੇ ਗਏ ਨੇ। ਡਰਾਈਵਰ ਦੀ ਵੀ ਮੌਤ ਹੋਈ ਹੈ। 10 ਤੋਂ 12 ਲੋਕ ਨੇ ਜਿਹੜੇ ਉਹ ਜ਼ਖਮੀ ਹੋਏ ਨੇ। ਬੇਹੱਦ ਦੁਖਦਾਈ ਘਟਨਾ ਤੇ ਕਿਸਾਨਾਂ ਨੂੰ ਵੀ ਅਜਿਹੇ ਤੱਤਾਂ ਤੋਂ ਬਚ ਕੇ ਰਹਿਣਾ ਚਾਹੀਦਾ। ਯਾਨੀ ਕਿ ਉਹ ਸਾਫ਼-ਸਾਫ਼ ਮਨਾ ਕਰ ਰਹੇ ਨੇ ਕਿ ਸਾਡਾ ਕੋਈ ਉੱਥੇ ਮੌਜੂਦ ਨਹੀਂ ਸੀ। ਹੁਣ ਜਿਹੜਾ ਉਹ ਕਹਿ ਰਹੇ ਨੇ ਕਿ ਗੱਡੀ ਜਿਹੜੀ ਹੈ ਉਸ ਦੇ ਵਿੱਚੋਂ ਕੱਢ ਕੇ ਲੋਕਾਂ ਨੂੰ ਮਾਰਿਆ ਗਿਆ, ਸਾਡੇ ਵਰਕਰਾਂ ਨੂੰ ਮਾਰਿਆ ਗਿਆ। ਤਾਂ ਉਸ ਤੋਂ ਪਹਿਲਾਂ ਜਿਹੜੇ ਕਿਸਾਨ ਲੀਡਰ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਤੇਜਿੰਦਰ ਸਿੰਘ ਵਿਰਕ ਦੇ ਮਸਲੇ ਦੇ ਵਿੱਚ, ਤੇ ਜਿਹੜਾ ਚਸ਼ਮਦੀਦ ਗਵਾਹ ਉਸ ਵਕਤ ਗੁਰਜੀਤ ਸਿੰਘ ਵਿਰਕ ਕੋਟੀਆਂ, ਉਹਨਾਂ ਨੇ ਦੱਸਿਆ ਹੈ ਕਿ ਗੱਡੀ ਮੇਰੇ ਉੱਤੇ ਚੜਾਈ ਗਈ ਤਾਂ ਬਹੁਤ ਸਾਰੇ ਕਿਸਾਨਾਂ ਨੇ ਆ ਕੇ ਗੱਡੀ ਨੂੰ ਪਲਟਾ ਦਿੱਤਾ ਤੇ ਫਿਰ ਮੈਨੂੰ ਗੱਡੀ ਦੇ ਥੱਲੋਂ ਕੱਢਿਆ ਤੇ ਇਹ ਗੱਡੀ ਉਹੀ ਹੋ ਸਕਦੀ ਹੈ ਜਿਸ ਦੀ ਗੱਲ ਕਰ ਰਹੇ ਨੇ ਅਜੇ ਮਿਸ਼ਰਾ। ਇਸੇ ਗੱਡੀ ਦੇ ਵਿੱਚ ਸਵਾਰ 3 ਲੋਕ ਨੇ ਜਿਹੜੇ ਉਹਨਾਂ ਦੀ ਮੌਤ ਹੋਈ ਹੋਏਗੀ। ਇਸੇ ਗੱਡੀ ਦੇ ਵਿੱਚ ਸਵਾਰ ਉਹ ਡਰਾਈਵਰ ਹੋਏਗਾ ਜਿਸ ਦੀ ਮੌਤ ਹੋਈ ਹੋਏਗੀ, ਕਿਉਂਕਿ
ਇਸੇ ਗੱਡੀ ਨੇ ਇੱਕ ਕਿਸਾਨ ਨੂੰ ਆਪਣੇ ਥੱਲੇ ਦੇ ਰੱਖਿਆ ਸੀ ਤੇ ਬਚਾਉਂਦਾ ਆਪਣੇ ਆਪ ਨੂੰ ਕੌਣ ਨਹੀਂ ਹੈਗਾ। ਕਿਸਾਨਾਂ ਨੇ ਬਚਾਅ ਦੇ ਵਿੱਚ ਗੱਡੀ ਨੂੰ ਪਾਸੇ ਕੀਤਾ ਹੋਣਾ ਤੇ ਗੱਡੀ ਪਲਟ ਗਈ ਹੋਏਗੀ ਤੇ ਉਸ ਦੇ ਵਿੱਚ ਅੱਗ ਕਿਵੇਂ ਲੱਗੀ ਹੈ ਇਹ ਹਾਲੇ ਜਾਂਚ ਦਾ ਵਿਸ਼ਾ ਹੈ। ਉਸ ਤੋਂ ਬਾਅਦ ਅਜੇ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਵੀ ਕੀਤੀ। ਪ੍ਰੈਸ ਕਾਨਫਰੰਸ ਕਰਕੇ ਮੰਗ ਕੀਤੀ ਕਿ ਸਾਡੇ ਜਿਹੜੇ ਬੀਜੇਪੀ ਦੇ ਵਰਕਰ ਮਾਰੇ ਗਏ ਨੇ ਇਸ ਘਟਨਾ ਦੇ ਵਿੱਚ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ 50-50 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਫਿਰ ਦੁਹਰਾਇਆ ਕਿ ਮੇਰਾ ਪੁੱਤਰ ਉਸ ਵਕਤ ਘਟਨਾ ਸਥਾਨ ਤੇ ਨਹੀਂ ਸੀ ਤੇ ਇਹ ਕਤਲ ਦੀ ਸਾਜ਼ਿਸ਼ ਹੋ ਸਕਦੀ ਹੈ, ਮੇਰੇ ਪੁੱਤਰ ਨੂੰ ਮਾਰਨ ਦੀ ਸਾਜ਼ਿਸ਼ ਹੋ ਸਕਦੀ ਹੈ। ਤੇ ਇਹ ਵੀ ਕਿਹਾ ਕਿ ਜੇ ਮੈਂ ਤੇ ਮੇਰਾ ਪੁੱਤਰ ਘਟਨਾ ਵਾਲੀ ਥਾਂ ਤੇ ਹੁੰਦੇ ਤਾਂ ਫਿਰ ਅਸੀਂ ਜ਼ਿੰਦਾ ਵਾਪਸ ਨਹੀਂ ਆਉਂਦੇ ਸੀ। ਤੇ ਉਧਰ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਇਸ ਘਟਨਾ ਦੇ ਵਿਰੋਧ ਦੇ ਵਿੱਚ ਧਰਨਾ ਲਾਇਆ। ਲਖੀਮਪੁਰ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਰੋਕ ਦਿੱਤਾ ਤਾਂ ਉਹਨਾਂ ਨੇ ਆਪਣੇ ਘਰ ਦੇ ਬਾਹਰ ਹੀ ਧਰਨਾ ਲਾ ਦਿੱਤਾ ਤਾਂ ਫਿਰ ਅਖਿਲੇਸ਼ ਯਾਦਵ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਯਾਦਵ ਨੇ ਕਿਹਾ ਕਿ ਬੀਜੇਪੀ ਸਰਕਾਰ ਵਿੱਚ ਜਿੰਨਾ ਜ਼ੁਲਮ ਹੋ ਰਿਹਾ ਹੈ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਇੰਨਾ ਨਹੀਂ ਹੋਇਆ ਹੋਣਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਹੈ ਤੇ ਨਾਲ ਹੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਦੀ ਤੁਰੰਤ ਜਾਂਚ ਕੀਤੀ ਜਾਵੇ, ਨਿਰਪੱਖ ਜਾਂਚ ਕੀਤੀ ਜਾਵੇ, ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਹਿ ਦਿੱਤਾ ਗਿਆ ਹੈ ਕਿ ਯੂਪੀ ਦੇ ਵਿੱਚ ਵਾਪਰੀ ਘਟਨਾ ਦਾ ਜਾਇਜ਼ਾ ਲੈਣ ਦੇ ਲਈ ਸਪੈਸ਼ਲ ਟੀਮ ਹੈ ਜਿਹੜੀ ਉੱਥੇ ਭੇਜੀ ਜਾਵੇ ਲਖੀਮਪੁਰ ਖੀਰੀ। ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਵੀ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਉੱਤੇ ਜਿਹੜਾ ਹਮਲਾ ਹੋਇਆ ਹੈ ਯੂਪੀ ਦੇ ਵਿੱਚ ਉਸ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਕਿਸਾਨਾਂ ਦੇ ਨਾਲ ਹੀ ਜੁੜੀ ਇੱਕ ਹੋਰ ਖਬਰ ਹੈ। ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਚੈਲੰਜ ਕੀਤਾ ਹੈ ਕਿ ਤੁਸੀਂ ਜਿਹੜਾ ਬਿਆਨ ਦਿੱਤਾ ਹੈ ਹਰ ਜ਼ਿਲ੍ਹੇ ਦੇ ਵਿੱਚ 600-700 ਲੱਠ ਮਾਰ ਨੇ ਜਿਹੜੇ ਉਹ ਤਿਆਰ ਹੋਣ ਅਤੇ ਉਹ ਕਿਸਾਨਾਂ ਨੂੰ ਜੈਸੇ ਕਾ ਤੈਸਾ ਦਾ ਸਬਕ ਸਿਖਾਉਣ। ਤੁਸੀਂ ਅਜਿਹਾ ਕਰਕੇ ਨੌਜਵਾਨਾਂ ਨੂੰ ਬੱਚਿਆਂ ਨੂੰ ਮਰਵਾਉਣ ਦੀ ਕੋਸ਼ਿਸ਼ ਨਾ ਕਰੋ। ਜੇ ਤੁਸੀਂ ਲੱਠ ਨਾਲ ਲੜਾਈ ਕਰਨੀ ਹੈ, ਸੋਟੀ ਨਾਲ ਲੜਾਈ ਕਰਨੀ ਹੈ ਤਾਂ ਸਿੱਧਾ ਮੇਰੇ ਨਾਲ ਆ ਕੇ ਕਰੋ, ਆਮੋ ਸਾਹਮਣੇ ਲੜਾਈ ਕਰਾਂਗੇ ਤੇ ਜਿਹੜਾ ਵੀ ਹਾਰੂਗਾ ਇਸ ਲੜਾਈ ਦੇ ਵਿੱਚ ਉਹ ਦੂਸਰੇ ਦਾ ਪਾਣੀ ਭਰਦਾ ਰਹੂਗਾ। ਸਾਰੀ ਜ਼ਿੰਦਗੀ ਦੇ ਵਿੱਚ ਜੇ ਮੈਂ ਹਾਰ ਗਿਆ ਤਾਂ ਮੈਂ ਕਿਸਾਨੀ ਸੰਘਰਸ਼ ਛੱਡ ਕੇ ਤੁਹਾਡੇ ਕੋਲ ਆ ਕੇ ਬੈਠ ਜਾਵਾਂਗਾ। ਇਹ ਚੈਲੰਜ ਕੀਤਾ ਹੈ ਗੁਰਨਾਮ ਸਿੰਘ ਚੜੂਨੀ ਨੇ ਪਰ ਹਾਲੇ ਤੱਕ ਮਨੋਹਰ ਲਾਲ ਖੱਟਰ ਦਾ ਕੋਈ ਜਵਾਬ ਨਹੀਂ ਆਇਆ। ਇਸ ਮੌਕੇ ਗੁਰਨਾਮ ਸਿੰਘ ਚੜੂਨੀ ਨੇ ਅਸਤੀਫਾ ਦੇਣ ਦੀ ਮੰਗ ਵੀ ਕੀਤੀ ਹੈ ਕਿ ਇੱਕ ਸੰਵਿਧਾਨਿਕ ਅਹੁਦੇ ਤੇ ਹੁੰਦਿਆਂ ਹੋਇਆਂ ਮੁੱਖ ਮੰਤਰੀ ਨੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਦੀ ਨਵੀਂ ਬਣੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੀ ਡੇਰਾ ਬਿਆਸ ਦੇ ਕਦਮਾਂ ਦੇ ਵਿੱਚ ਜਾ ਕੇ ਨਤਮਸਤਕ ਹੋਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਣ ਦੇ ਲਈ ਡੇਰਾ ਰਾਧਾ ਸਵਾਮੀ ਬਿਆਸ ਪਹੁੰਚੇ। ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਹੋਰ ਵਿਧਾਇਕ ਇਸ ਮੌਕੇ ਹਾਜ਼ਰ ਸਨ। ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਬੰਦ ਕਮਰਾ ਬੈਠਕ ਹੋਈ। ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਹੈ ਕੁਝ ਨਹੀਂ ਦੱਸਿਆ ਗਿਆ ਤੇ ਹੋ ਸਕਦਾ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ ਤੇ ਡੇਰੇ ਦੇ ਨਾਲ ਸ਼ਰਧਾਲੂ ਵੀ ਜੁੜੇ ਹੋਏ ਨੇ, ਲੋਕ ਜੁੜੇ ਹੋਏ ਨੇ। ਇਸ ਕਰਕੇ ਸਿਆਸੀ ਮੰਤਵ ਦੇ ਨਾਲ ਜਿਹੜੀਆਂ ਡੇਰਿਆਂ ਦੇ ਮੁਖੀਆਂ ਦੇ ਨਾਲ ਬੈਠਕਾਂ ਹੁੰਦੀਆਂ ਨੇ, ਸਿਆਸਤਦਾਨਾਂ ਤੇ ਡੇਰਾਦਾਰਾਂ ਦੀਆਂ ਜਿਹੜੀਆਂ ਸਾਂਝਾਂ ਹੁੰਦੀਆਂ ਨੇ ਉਹ ਸਿਰਫ ਤੇ ਸਿਰਫ ਵੋਟਾਂ ਕਰਕੇ ਹੁੰਦੀਆਂ ਨੇ। ਤੇ ਇਹ ਕੋਈ ਵੱਖਰੀ ਗੱਲ ਨਹੀਂ ਹੈ ਕਿ ਚਰਨਜੀਤ ਸਿੰਘ ਚੰਨੀ ਇੱਥੇ ਪਹੁੰਚੇ ਨੇ। ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਣ, ਕੈਪਟਨ ਅਮਰਿੰਦਰ ਸਿੰਘ ਹੋਣ, ਸਾਰੇ ਇਹਨਾਂ ਡੇਰਿਆਂ ਦੀ ਹਾਜ਼ਰੀ ਭਰਦੇ ਰਹੇ ਨੇ ਤੇ ਸਮੇਂ-ਸਮੇਂ ਤੇ ਭਰਦੇ ਰਹਿੰਦੇ ਨੇ। ਹਾਲਾਂਕਿ ਗੁਰਿੰਦਰ ਸਿੰਘ ਢਿੱਲੋਂ ਧੋਖਾਧੜੀ ਦੇ ਮਾਮਲੇ ਦੇ ਵਿੱਚ ਵੀ ਫਸੇ ਹੋਏ ਨੇ। ਪੰਜਾਬ ਦੇ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਸਮੇਤ 35 IAS ਤੇ PCS ਅਫਸਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਨੇ। ਵੱਡਾ ਪ੍ਰਸ਼ਾਸਨਿਕ ਫੇਰ ਬਦਲ ਹੋਇਆ ਹੈ। ਮੁੱਖ ਮੰਤਰੀ ਦੀ ਨਿਯੁਕਤੀ ਤੋਂ ਬਾਅਦ 24 IAS ਸਣੇ 36 ਅਫਸਰਾਂ ਦੇ ਤਬਾਦਲੇ ਨੇ ਜਿਹੜੇ ਉਹ ਕੀਤੇ ਗਏ ਨੇ ਤੇ ਸਭ ਤੋਂ ਜਿਹੜੀ ਅਹਿਮ ਬਦਲੀ ਮੰਨੀ ਜਾ ਰਹੀ ਹੈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ। ਅਧਿਆਪਕ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਸਕੱਤਰ ਕ੍ਰਿਸ਼ਨ ਕੁਮਾਰ ਦੇ ਖਿਲਾਫ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸੀ ਜਿਸ ਕਰਕੇ ਅਧਿਆਪਕ ਲੰਘੇ ਦਿਨ ਉਪ ਮੁੱਖ ਮੰਤਰੀ OP ਸੋਨੀ ਨੂੰ ਵੀ ਮਿਲੇ ਸੀ। 6 ਜ਼ਿਲ੍ਹਿਆਂ ਦੇ DC ਬਦਲ ਦਿੱਤੇ ਗਏ ਨੇ। ਬਰਨਾਲਾ, ਫਾਜ਼ਿਲਕਾ, ਪਟਿਆਲਾ, ਮੋਗਾ, ਮੁਕਤਸਰ ਤੇ ਨਵਾਂ ਸ਼ਹਿਰ। ਤੇ ਪਟਿਆਲਾ ਦੇ ਵਿੱਚ ਹੁਣ ਅਮਿਤ ਕੁਮਾਰ ਦੀ ਥਾਂ ਸੰਦੀਪ ਹੰਸ ਜਿਹੜੇ ਮੋਗਾ ਦੇ DC ਸੀ ਉਹਨਾਂ ਨੂੰ ਲਾ ਦਿੱਤਾ ਗਿਆ। ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਖਬਰ ਹੈ ਜਿੱਥੇ ਲੰਘੀ ਸ਼ਾਮ ਅੱਪਰਬਾਰੀ ਦੁਆਬ ਨਹਿਰ ਦੇ GT ਰੋਡ ਸਥਿਤ ਤਾਰਾਂ ਵਾਲੇ ਪੁਲ ਤੋਂ ਜਿਸ ਵਿਅਕਤੀ ਨੇ ਆਪਣੇ 2 ਬੱਚਿਆਂ ਸਮੇਤ ਛਾਲ ਮਾਰੀ ਸੀ ਉਹਨਾਂ ਤਿੰਨਾਂ ਪਿਓ ਪੁੱਤਰਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਬਰਾਮਦ ਹੋ ਗਈਆਂ। ਮ੍ਰਿਤਕਾਂ ਦੀ ਪਛਾਣ ਸਥਾਨਕ ਸ਼ੇਰਟਾ ਕਲੋਨੀ ਮਾਡਲ ਟਾਊਨ ਨਿਵਾਸੀ ਮਨਦੀਪ ਸਿੰਘ 37 ਸਾਲ ਦੀ ਉਮਰ ਸੀ ਮਹਿਜ਼ ਉਸ ਵਜੋਂ ਹੋਈ ਹੈ ਤੇ 2 ਪੁੱਤਰ
7 ਸਾਲ ਤੇ 1.5 ਸਾਲ ਦੇ ਸਨ, ਜਿਨ੍ਹਾਂ ਨੂੰ ਲੈ ਕੇ ਛਾਲ ਮਾਰ ਦਿੱਤੀ ਸੀ। ਸੁਪਰੀਮ ਕੋਰਟ ਨੇ ਇੱਕ ਅਹਿਮ ਟਿੱਪਣੀ ਕੀਤੀ ਹੈ ਵਿਆਹੇ ਜੋੜਿਆਂ ਦੇ ਮਾਮਲੇ ਤੇ। ਇੱਕ ਵਿਆਹੇ ਜੋੜੇ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਪਤੀ ਪਤਨੀ ਇਕੱਠੇ ਨਹੀਂ ਰਹਿ ਸਕਦੇ, ਉਹਨਾਂ ਦੇ ਲਈ ਇੱਕ ਦੂਸਰੇ ਨੂੰ ਛੱਡ ਦੇਣਾ ਹੀ ਠੀਕ ਹੋਵੇਗਾ। ਦਰਅਸਲ ਇੱਕ ਜੋੜੇ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਜੋ 1995 ਵਿੱਚ ਵਿਆਹ ਤੋਂ ਬਾਅਦ ਸਿਰਫ 5 ਦਿਨ ਇਕੱਠੇ ਰਹੇ। ਪਤਨੀ ਨੇ ਹਾਈ ਕੋਰਟ ਵੱਲੋਂ ਜਾਰੀ ਤਲਾਕ ਦੇ ਆਦੇਸ਼ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ MR ਸ਼ਾਹ ਤੇ ਜਸਟਿਸ AS ਬੋਪੰਨਾ ਬੈਂਚ ਨੇ ਔਰਤ ਨੂੰ ਕਿਹਾ ਕਿ ਉਸ ਨੂੰ ਥੋੜਾ ਪ੍ਰੈਕਟੀਕਲ ਹੋਣਾ ਚਾਹੀਦਾ ਹੈ। ਉਹ ਆਪਣੀ ਸਾਰੀ ਜ਼ਿੰਦਗੀ ਅਦਾਲਤ ਦੇ ਵਿੱਚ ਇੱਕ ਦੂਸਰੇ ਨਾਲ ਲੜਦਿਆਂ ਨਹੀਂ ਬਿਤਾ ਸਕਦੇ। ਦੋਵਾਂ ਦੀ ਉਮਰ 50 ਤੇ 55 ਸਾਲ ਹੈ। 1995 ਵਿੱਚ ਵਿਆਹ ਤੋਂ ਬਾਅਦ ਜਿਹੜੇ 5 ਦਿਨ ਇਕੱਠੇ ਰਹੇ ਨੇ, ਉਹਨਾਂ ਨੂੰ ਤਲਾਕ ਕਿਉਂ ਨਹੀਂ ਲੈਣਾ ਚਾਹੀਦਾ, ਇਹ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ। ਤੇ ਬੁਲੇਟਿਨ ਦੇ ਵਿੱਚ ਜਾਂਦੇ ਤੁਹਾਨੂੰ ਫੇਰ ਦੱਸ ਦਿੰਦੇ ਹਾਂ ਲਖੀਮਪੁਰ ਖੀਰੀ ਦੇ ਤਾਜ਼ਾ ਹਾਲਾਤ ਕੀ ਨੇ। ਕਿਸਾਨ ਲੀਡਰ ਰਾਕੇਸ਼ ਟਿਕੈਤ ਉੱਥੇ ਪਹੁੰਚੇ। ਰਾਕੇਸ਼ ਟਿਕੈਤ ਨੇ ਇਸ ਹਿੰਸਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ। ਪ੍ਰਸ਼ਾਸਨ ਦੇ ਨਾਲ ਮੀਟਿੰਗ ਤੋਂ ਬਾਅਦ ਰਾਕੇਸ਼ ਟਿਕੈਤ ਉਸੇ ਥਾਂ ਤੇ ਪਹੁੰਚੇ ਜਿੱਥੇ ਇਹ ਸਾਰਾ ਕੁਝ ਵਾਪਰਿਆ। ਮ੍ਰਿਤਕ ਦੇਹਾਂ ਦੇਖ ਕੇ ਰਾਕੇਸ਼ ਟਿਕੈਤ ਨੇ ਵੱਡੇ ਇਲਜ਼ਾਮ ਲਾਏ। ਕਹਿੰਦੇ ਦੇਖੋ, ਤੁਸੀਂ ਸਿਰਫ ਕਾਰ ਦੇ ਨਾਲ ਦਰੜਿਆ ਨਹੀਂ ਗਿਆ, ਬਲਕਿ ਗੋਲੀਆਂ ਵੀ ਮਾਰੀਆਂ ਗਈਆਂ ਨੇ। ਸਰਕਾਰ ਨਾਲ ਕਿਸੇ ਸਮਝੌਤੇ ਦੇ ਸਵਾਲ ਤੇ ਟਿਕੈਤ ਨੇ ਸਾਫ਼ ਕੀਤਾ ਕਿ ਇਸ ਤੇ ਸਮਝੌਤਾ ਕੀ ਹੋਵੇਗਾ। ਪੋਸਟਮਾਰਟਮ ਹੋਏਗਾ, ਮਾਮਲਾ ਦਰਜ ਕੀਤਾ ਜਾਏਗਾ, ਜਿਹਨੇ ਵੀ ਗਲਤੀ ਕੀਤੀ ਹੈ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਮੰਤਰੀ ਤੇ ਪੁੱਤਰ ਦੋਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦੋਸ਼ੀ ਹੈ, ਪਰ ਸਰਕਾਰ ਇਹ ਮੰਨ ਨਹੀਂ ਰਹੀ। ਜਿਸਨੇ ਗੋਲੀ ਚਲਾਈ ਹੈ ਉਸ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾਏਗਾ। ਵੱਡਾ ਐਲਾਨ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਅੰਦੋਲਨ ਸ਼ਾਂਤਮਈ ਤਰੀਕੇ ਦੇ ਨਾਲ ਜਾਰੀ ਰਹੇਗਾ। ਪ੍ਰਸ਼ਾਸਨ ਦੇ ਨਾਲ ਮੁਆਵਜ਼ੇ ਦੀ ਗੱਲ ਚੱਲ ਰਹੀ ਹੈ ਤੇ ਜਦੋਂ ਕੁਝ ਫਾਈਨਲ ਹੋਏਗਾ ਉਦੋਂ ਹੀ ਮੋਰਚੇ ਬਾਰੇ ਕੋਈ ਫੈਸਲਾ ਕੀਤਾ ਜਾਏਗਾ। ਸਰਕਾਰ ਨੇ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰਨ ਦਾ ਭਰੋਸਾ ਦਿੱਤਾ ਹੈ। ਸੋ ਪ੍ਰਸ਼ਾਸਨ ਨੇ ਇਹ ਸਾਰਾ ਕੁਝ ਭਰੋਸਾ ਦਿੱਤਾ ਹੈ। ਹਾਲੇ ਤੱਕ ਕੁਝ ਵੀ ਕਿਸਾਨਾਂ ਦੇ ਹੱਥ ਵਿੱਚ ਨਹੀਂ ਆਇਆ ਹੈ। ਪੁਲਿਸ ਦੇ ਵੱਲੋਂ ਦਰਜ ਕੀਤੀ ਗਈ FIR ਹੈ ਜਿਹੜੀ, ਉਹ ਸਿਰਫ ਤੇ ਸਿਰਫ ਅਸੀਂ ਵੀ ਤੁਹਾਨੂੰ ਬੋਲ ਕੇ ਸੁਣਾ ਰਹੇ ਹਾਂ ਕਿਉਂਕਿ ਕਿਸਾਨ ਮੋਰਚੇ ਨੇ ਕਿਹਾ ਤੇ ਕਿਸਾਨਾਂ ਨੂੰ ਵੀ ਸਿਰਫ ਭਰੋਸਾ ਹੀ ਮਿਲਿਆ ਹੈ, ਪਰ ਕਾਪੀ ਹੈ ਜਿਹੜੀ FIR ਦੀ ਉਹ ਹੱਥ ਵਿੱਚ ਨਹੀਂ ਆਈ ਹੈ। ਤਾਜ਼ਾ ਜਾਣਕਾਰੀ ਇਹੀ ਹੈ ਕਿ ਸੰਘਰਸ਼ ਚੱਲਦਾ ਰਹੇਗਾ ਕਿਉਂਕਿ ਪਹਿਲਾਂ ਸਾਰੇ ਲੋਕ ਇਹੀ ਸੋਚ ਕੇ ਹੈਰਾਨ ਹੋ ਰਹੇ ਸੀ ਕਿ ਸਰਕਾਰ ਨੇ ਹਲੇ, ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ, ਕਿਸੇ ਨੂੰ ਵੀ ਹਲੇ ਅਮਲੀ ਰੂਪ ਨਹੀਂ ਦਿੱਤਾ ਗਿਆ, ਤਾਂ ਫਿਰ ਕਿਵੇਂ ਮੋਰਚਾ ਖਤਮ ਹੋ ਸਕਦਾ ਹੈ ਲਖੀਮਪੁਰ ਖੀਰੀ ਵਾਲਾ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।